ਵੈਲਕਮ ਬੈਕ। ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਪਿਛਲੀ ਜਿਹੜੀ ਗੱਲਬਾਤ ਸਾਡੀ ਕੁੱਕੀ ਗਿੱਲ ਜੀ ਨਾਲ ਹੋਈ ਹੈ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਭਗਤ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਜਿਹੜਾ ਵਿਵਾਦ ਖੜਾ ਕੀਤਾ ਗਿਆ ਸੀ। ਉਸ ਵੀਡੀਓ ਤੇ ਤੁਹਾਡਾ ਰਿਸਪੌਂਸ ਬਹੁਤ ਵਧੀਆ ਸੀ। ਉਹੀ ਰਿਸਪੌਂਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਇਸ ਵੀਡੀਓ ਇੱਕ ਤਰ੍ਹਾਂ ਦੇ ਨਾਲ ਉਸੇ ਹੀ ਟੌਪਿਕ ਨੂੰ ਕੈਰੀ ਫਾਰਵਰਡ ਕਰ ਰਹੇ ਹਾਂ, ਪਰ ਇੱਕ ਅਲੱਗ ਪੱਖ ਤੋਂ। ਪੱਖ ਇਹ ਹੈ ਕਿ ਨਾ ਤਾਂ ਭਗਤ ਸਿੰਘ ਜੀ ਦੀ ਗੱਲ ਕਰਾਂਗੇ, ਨਾ ਹੀ ਭਿੰਡਰਾਂਵਾਲਿਆਂ ਦੀ ਗੱਲ ਕਰਾਂਗੇ ਕਿ ਕਿਵੇਂ ਦੋਨਾਂ ਦੇ ਵਿੱਚ ਇੱਕ ਪਾੜਾ ਕ੍ਰੀਏਟ ਕਰਕੇ ਸਾਡੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ, ਸਾਡੇ ਯੂਥ ਨੂੰ, ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਨੇ। ਪੰਜਾਬ 'ਚ ਇੱਦਾਂ ਦੇ ਬਹੁਤ ਸੜਕਾਂ ਤੇ ਜਾਂਦੇ ਵਹੀਕਲ ਦਿਖ ਜਾਂਦੇ ਆ ਜਿੱਥੇ ਭਗਤ ਸਿੰਘ ਜੀ ਦੀ ਵੀ ਤਸਵੀਰ ਪਿੱਛੇ ਲੱਗੀ ਹੁੰਦੀ ਹੈ ਤੇ ਭਿੰਡਰਾਂਵਾਲਿਆਂ ਦੀ ਵੀ। ਸੋ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੀ ਮਨਸ਼ਾ ਇਹਦੇ ਪਿਛਲੀ ਇਹ ਲੱਗਦੀ ਹੈ ਕਿ ਉਹਨਾਂ ਲੋਕਾਂ ਨੂੰ ਵੰਡਣ ਦੀ ਔਰ ਚੂਜ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਆਈਦਰ ਭਗਤ ਸਿੰਘ ਔਰ ਸੰਤ ਭਿੰਡਰਾਂਵਾਲੇ ਜੀ। ਇਸੇ ਹੀ ਗੱਲ ਦੇ ਅਲੱਗ-ਅਲੱਗ ਪੱਖਾਂ ਨੂੰ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਗੇ ਰੱਖਾਂਗੇ ਔਰ ਮੇਰੇ ਨਾਲ ਰਣਜੀਤ ਸਿੰਘ ਕੁੱਕੀ ਗਿੱਲ ਜੀ ਆਪਣੀ ਵਿਦਵਾਨੀ ਸੋਚ ਤੋਂ ਉਹ ਆਪਣੇ ਥਾਟਸ ਜਿਹੜੇ ਆ ਇਹਦੇ ਤੇ ਆਪਣੇ ਨਾਲ ਸ਼ੇਅਰ ਕਰਨਗੇ। ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦੀ ਹਾਂ ਸਰ, ਤੁਹਾਡਾ ਬਹੁਤ-ਬਹੁਤ ਥੈਂਕ ਯੂ ਫॉर द ਟਾਈਮ। ਥੈਂਕ ਯੂ, ਇਟਸ ਅ ਪਲੇਜ਼ਰ। ਮੈਂ ਭੂਮਿਕਾ ਦੇ ਵਿੱਚ ਵੀ ਗੱਲ ਕੀਤੀ ਕਿ ਇਹ ਇਟਸ ਨਾਈਦਰ ਅਬਾਊਟ ਭਗਤ ਸਿੰਘ ਜੀ ਨੋਰ ਅਬਾਊਟ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਦੋਨਾਂ ਦੇ ਲਈ ਆਪਣੀ ਇੱਕ ਅਲੱਗ ਰਿਸਪੈਕਟ ਲੋਕਾਂ ਦੇ ਦਿਲਾਂ ਦੇ ਵਿੱਚ ਹੈਗੀ ਔਰ ਦੋਨਾਂ ਦੇ ਨਾਲ ਕ੍ਰਿਟਿਸਿਜ਼ਮ ਕਰਨ ਵਾਲਾ ਵੀ ਸੈਗਮੈਂਟ ਹੈ। ਪਰ ਪੁਆਇੰਟ ਅਲਟੀਮੇਟਲੀ ਇਹ ਹੈ ਕਿ ਆਪਣੇ ਕੋਲ ਇੱਕ ਬਹੁਤ ਵੱਡਾ ਤਬਕਾ ਪੰਜਾਬ ਦੇ ਵਿੱਚ ਐਦਾਂ ਦਾ ਸੀ ਜਿਹੜੇ ਭਗਤ ਸਿੰਘ ਜੀ ਨੂੰ ਵੀ ਉਨੀ ਹੀ ਇੱਜ਼ਤ ਦਿੰਦੇ ਸੀ ਉਹਨਾਂ ਦੀ ਸਪੇਸ ਦੇ ਵਿੱਚ, ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਸੇਮ ਇੱਜ਼ਤ ਮਿਲਦੀ ਸੀ। ਸੋ ਅੱਜ ਜਿਹੜਾ ਇਹ ਰੌਲਾ ਜਿਹੜਾ ਥੰਮਣ ਦਾ ਨਾਮ ਨਹੀਂ ਲੈ ਰਿਹਾ, ਇਹ ਆਪਣੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੈ ਕਿ ਚੂਜ਼ ਬਿਟਵੀਨ ਆਈਦਰ ਭਗਤ ਸਿੰਘ ਔਰ ਭਿੰਡਰਾਂਵਾਲੇ। ਜਾਂ ਮੈਂ ਇੱਕ ਹੋਰ ਇਹ 'ਚ ਕੰਟੈਕਸਟ ਦੱਸ ਸਕਦੀ ਹਾਂ ਕਿ ਜੋ ਗੱਲ ਆਪਾਂ ਕਹਿਣੀ ਨਹੀਂ ਚਾਹੁੰਦੇ ਪਰ ਉਹ ਹੋ ਰਹੀ ਹੈ ਵੀ ਕਾਮਰੇਡ ਹਿੰਦੂ ਸਿੱਖ ਜਿਹੜਾ ਇਹ ਨੈਰੇਟਿਵ ਹੈ, ਪਾੜੇ ਵਾਲਾ ਨੈਰੇਟਿਵ ਹੈ, ਲਿਆਂਦਾ ਜਾ ਰਿਹਾ ਹੈ। ਜਿਹੜਾ ਨਾ ਅੱਜ ਪੰਜਾਬ ਨੂੰ ਜਿਹੜੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਆਰ ਟੂ ਡਿਫਰੈਂਟ ਪਰਸਨੈਲਿਟੀਜ਼, ਡਿਫਰੈਂਟ ਸਮਿਆਂ ਵਿੱਚ ਆਈਆਂ ਨੇ, ਡਿਫਰੈਂਟ ਵੰਗਾਰਸ ਲੈ ਕੇ ਆਈਆਂ ਨੇ। ਇੱਕ ਪਾਸੇ ਸਿੱਖ ਕੌਮ ਦੀ ਵੰਗਾਰ ਲੈ ਕੇ ਆਏ ਸੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ। ਭਗਤ ਸਿੰਘ ਉਸ ਟਾਈਮ ਦੀ ਨੌਜਵਾਨੀ ਪੀੜ੍ਹੀ ਦੀ ਜਿਹੜੀ ਸਾਮਰਾਜੀ ਤਾਕਤਾਂ ਦੇ ਨਾਲ ਉਹਨਾਂ ਦੀ ਸੰਘਰਸ਼ ਸੀਗਾ, ਉਹ ਇੱਕ ਸੰਦਰਭ ਲੈ ਕੇ ਆਏ ਸੀ। ਸੋ ਦੇ ਆਰ ਟੂ ਡਿਫਰੈਂਟ ਫੇਜ਼ਿਸ ਹੈਗੇ ਨੇ ਜਿਹੜੇ ਕਿ ਇੰਡੀਅਨ ਕੌਂਟੀਨੈਂਟ 'ਤੇ ਹੋਏ ਨੇ। ਉਹਦੇ ਵਿੱਚ ਦੋਨਾਂ ਦਾ ਅਹਿਮ ਸਥਾਨ ਅਤੇ ਅਹਿਮ ਰਹੂਗਾ। ਇੱਥੇ ਬਹੁਤ ਬੰਦੂਕਾਂ ਚੱਲੀਆਂ ਨੇ, ਭਗਤ ਸਿੰਘ ਦੇ ਟਾਈਮ 'ਤੇ ਵੀ ਚੱਲੀਆਂ ਨੇ, ਉਦੋਂ ਕਿਤੇ ਜ਼ਿਆਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਹਾਦਤ ਵੇਲੇ ਚੱਲੀਆਂ। ਇਸ ਲਈ ਅੱਜ ਜਿਹੜਾ ਬੇਲੋੜ ਆ ਅਤੇ ਮਿਸਲੀਡਿੰਗ ਇਸ ਚੀਜ਼ 'ਤੇ ਡਿਬੇਟ ਕੀਤੀ ਜਾ ਰਹੀ ਹੈ, ਰੈਦਰ ਦੈਨ ਡਿਬੇਟ ਨਹੀਂ, ਪ੍ਰੋਪੇਗੈਂਡਾ ਕੀਤਾ ਜਾ ਰਿਹਾ। ਆਪਾਂ ਇੱਕ ਦੂਜੇ ਨੂੰ ਦੂਜੇ ਤੋਂ ਵੱਡਾ ਦੱਸ ਰਹੇ, ਜਦ ਕਿ ਇੱਥੇ ਕੋਈ ਆਪਾਂ ਇੱਥੇ ਮੈਜਰਮੈਂਟਸ ਨਹੀਂ ਕਰ ਲਏ ਕਿ ਕਿਹਦੀ ਪਰਸਨੈਲਿਟੀ ਇਜ਼ ਮੋਰ ਹੈਗੀ ਆ, ਯੂ ਕੈਨ ਸੇ ਜ਼ਿਆਦਾ ਫਾਰਮੈਟਿਵ ਹੈ, ਕਿ ਭਗਤ ਸਿੰਘ ਦੀ ਸੋਚ ਫਾਰਮੈਟਿਵ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਸੋਚ ਫਾਰਮੈਟਿਵ। ਦੋਨਾਂ ਦੇ ਨਾਲ ਵਾਇਲੈਂਸ ਜੁੜੀ ਹੋਈ ਆ। ਵਾਇਲੈਂਸ ਸੰਤ ਜਰਨੈਲ ਸਿੰਘ ਭਿੰਡਰਾਂ ਨਾਲ ਵੀ ਜੁੜੀ ਆ, ਪਰ ਉਹਨਾਂ ਦੇ ਖਿਲਾਫ ਸਟੇਟ ਨੇ ਵੀ ਬਹੁਤ ਅਲਟੀਮੇਟ ਜਿਹੜੀ ਹੁੰਦੀ ਆ ਰਿਪਰੈਸਿਵ ਮੈਜਰਸ ਵਰਤੇ। ਇਸੇ ਤਰ੍ਹਾਂ ਭਗਤ ਸਿੰਘ ਨਾਲ ਹੋਇਆ। ਭਗਤ ਸਿੰਘ ਹੱਸ ਕੇ ਫਾਂਸੀ ਚੜ੍ਹਿਆ ਸੀ। ਉਹਨੇ ਆਪਣਾ ਉਸ ਟਾਈਮ 'ਤੇ ਇੱਕ ਬਹੁਤ ਵੱਡਾ ਮਕਾਮ ਬਣਾਇਆ ਸੀ। ਉਹਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਣਾ ਦੀ ਲੈਗਸੀ ਨੂੰ ਅੱਗੇ ਤੋਰਿਆ ਸੀ। ਉਹਨੇ ਭਾਵੇਂ ਬਹੁਤ ਥੋੜ੍ਹਾ ਵਕਤ ਜੇਲ੍ਹ 'ਚ ਗੁਜ਼ਾਰਿਆ, ਪਰ ਜਿੰਨਾ ਵੀ ਗੁਜ਼ਾਰਿਆ ਬੁਲੰਦੀਆਂ 'ਚ ਗੁਜ਼ਾਰਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਆਪਣੀ ਆਵਾਜ਼ ਰਾਹੀਂ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਇਆ ਸੀ। ਭਾਵੇਂ ਉਹ ਸੁਪਨੇ ਅੱਜ ਵੀ ਅਧੂਰੇ ਨੇ ਜੋ ਪਿੱਛੇ ਛੱਡ ਕੇ ਗਏ ਆ। ਉਸ ਨੂੰ ਜਿਸ ਤਰ੍ਹਾਂ ਸੰਗਰੂਰ ਦੇ MP ਸਰਦਾਰ ਸਿਮਰਨਜੀਤ ਸਿੰਘ ਮਾਨ, ਜੋ ਕਿ ਆਪਣੇ ਵੱਲੋਂ ਕੀਤੇ ਹੋਏ ਪੁਲਿਸ ਐਨਕਾਊਂਟਰ ਨੂੰ ਜਸਟੀਫਾਈ ਕਰ ਰਿਹਾ, ਜਿਹਦੇ ਬਾਰੇ ਬੁੱਕ ਵੀ ਆਈ ਆ ਬਹੁਤ ਕਲੀਅਰਲੀ, ਜਿਹੜੀ ਕਿ ਕਹਿੰਦੀ ਡਾਇਰੈਕਟਲੀ ਪੁਆਇੰਟ ਕਰਦੀ ਆ ਕਿ ਇਹਨਾਂ ਨੇ 7 ਨਿਹੰਗਾਂ ਤੇ ਗੋਲੀ ਮਾਰੀ ਸੀ, ਉਹਦੇ 'ਚ 4 ਬੰਦੇ ਮਰ ਗਏ ਸੀ। ਇਹ ਪਿੰਡ ਵਾਲੇ ਵੀ ਗਵਾਹ ਨੇ ਕਿ ਉਹਨਾਂ ਦੇ ਹੱਥ ਬੰਨੇ ਹੋਏ ਸੀ, ਪਿੱਛੇ ਹੱਥ ਬੰਨੇ ਹੋਏ ਸੀ ਜਦੋਂ ਪੁਲਿਸ ਫਾਇਰਿੰਗ ਹੋਈ। ਉਸ ਚੀਜ਼ ਨੂੰ ਜਸਟੀਫਾਈ ਇਹ ਕਰ ਰਹੇ ਨੇ, ਕਿਸ ਸੰਦਰਭ 'ਚ ਕਰ ਰਹੇ ਨੇ। ਇਹਨਾਂ ਦੇ ਫੈਲੋ IAS ਆਫਿਸਰ ਸਰਦਾਰ ਗੁਰਤੇਜ ਸਿੰਘ, ਉਹ ਵੇਹਮੈਂਟਲੀ ਇਹਨਾਂ ਵੱਲ ਫਿੰਗਰਸ ਪੁਆਇੰਟ ਕਰ ਰਹੇ ਨੇ ਕਿ ਹੀ ਇਜ਼ ਡਾਇਰੈਕਟਲੀ ਰਿਸਪੋਂਸੀਬਲ ਫॉर दैट ਫੇਕ ਪੁਲਿਸ ਐਨਕਾਊਂਟਰ। ਕਿਉਂਕਿ ਅੱਜ ਪੰਜਾਬ ਵਿੱਚ ਜਿਹੜਾ ਮਾਹੌਲ ਆ, ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੜ੍ਹ ਲੈਣਾ ਚਾਹੀਦਾ ਵੀ ਉਹਨਾਂ ਨੂੰ ਉੱਥੇ ਪਰਸਨੈਲਿਟੀਜ਼ ਵੰਡਣ ਲਈ ਪਾਰਲੀਮੈਂਟ 'ਚ ਨਹੀਂ ਭੇਜਿਆ। ਨਾ ਇੱਥੇ ਇਹ ਕੁਐਸਚਨ ਆ ਕਿ ਤਲਵਾਰ ਲੈ ਕੇ ਗਿਆ ਜਾਂ ਨਹੀਂ ਗਿਆ।
ਆਪਾਂ ਕੋਈ ਤੁਹਾਨੂੰ ਉੱਥੇ ਜੰਗੇ ਮੈਦਾਨ 'ਚ ਨਹੀਂ ਇੱਥੋਂ ਲੋਕ ਸੰਗਰੂਰ ਦੇ ਲੋਕਾਂ ਨੇ ਭੇਜਿਆ। ਤੇ ਨਾ ਇਹ ਮਤ ਖਿਆਲ ਕਰੋ ਕਿ ਜੇ ਸੰਗਰੂਰ ਜਿੱਤ ਲਿਆ ਤਾਂ ਤੁਸੀਂ ਪੰਥ ਦੀ ਸਰਦਾਰੀ ਜਿੱਤ ਲਈ। ਸਿੱਖ ਕੌਮ ਕੋਲੇ ਹਜੇ ਤਲਾਸ਼ ਆ, ਉਹ ਆਪਣਾ ਵਿਰਸਾ ਹਜੇ ਲੱਭ ਰਹੀ ਆ, ਕਿਉਂਕਿ ਅਕਾਲੀ ਦਲ ਖੁਰ ਰਿਹਾ। ਜਥੇਦਾਰ ਅਕਾਲ ਤਖਤ ਨੂੰ ਕੱਲ ਕਹਿਣਾ ਪੈ ਗਿਆ ਕਿ ਜਦੋਂ ਪਹਿਲੇ SGPC ਵੱਲੋਂ ਕੋਈ ਵੰਗਾਰ ਜਾਂਦੀ ਸੀ ਤਾਂ ਦਿੱਲੀ ਦਰਬਾਰ ਨੂੰ ਭਾਜੜ ਪੈ ਜਾਂਦੀ ਸੀ। ਹੁਣ ਜਾ ਕੇ ਉਹਨਾਂ ਦੇ ਬੂਹਾਂ ਤੇ SGPC ਦਾ ਪ੍ਰਧਾਨ ਖੜਾ ਰਿਹਾ ਦਿੱਲੀ ਦਰਬਾਰ ਦਾ, ਉਹਨਾਂ ਨੇ ਬੂਹਾ ਹੀ ਨਹੀਂ ਖੋਲ੍ਹਿਆ। ਉਹ ਕਿਉਂ ਨਹੀਂ ਖੋਲ੍ਹਿਆ? ਕਿਉਂਕਿ ਇੱਦਾਂ ਦੇ ਸਿਮਰਨਜੀਤ ਸਿੰਘ ਮਾਨ ਵਰਗੇ ਲੀਡਰ ਤੇ ਉਦੋਂ ਵੀ ਕਿਤੇ ਜ਼ਿਆਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਲੈਗਸੀ ਪੰਜਾਬ 'ਚ ਛੱਡੀ ਆ, ਜੋ ਉਹਨਾਂ ਨੇ ਸਿੱਖ ਕੌਮ ਦੀ ਦੁਰਦਸ਼ਾ ਅੱਜ ਹੋ ਰਹੀ ਆ, ਦੇ ਆਰ ਡਾਇਰੈਕਟਲੀ ਰਿਸਪੌਂਸਿਬਲ ਫॉर दैट। ਇਹੀ ਗੱਲ 1989 ਦਾ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸੀ, ਫਿਰ 1992 'ਚ ਕੀਤੀ, 2015 'ਚ ਇਹਨਾਂ ਨੇ ਚੱਬੇ ਦੇ ਇਕੱਠ ਨੂੰ ਰੋਲਿਆ, ਸਾਡੀ ਗੁਰੂ ਗ੍ਰੰਥ ਸਾਹਿਬ ਦੀ ਪੀਰ ਨੂੰ ਰੋਲ ਕੇ ਇਹਨਾਂ ਨੇ ਆਪਣੇ ਹੀ ਚੇਤਿਆਂ ਨੂੰ ਜਥੇਦਾਰ ਲਾ ਲਿਆ, ਜਿਨ੍ਹਾਂ ਨੂੰ ਹਵਾਰੇ ਨੂੰ ਛੱਡ ਕੇ ਕੋਈ ਇਤਿਹਾਸ ਨਹੀਂ ਗਾ, ਕੋਈ ਉਹਨਾਂ ਦਾ ਪਿਛੋਕੜ ਨਹੀਂ ਆ। ਠੀਕ ਆ, ਉਹਨਾਂ ਦੇ ਘਰਾਂ ਦੇ ਵਿੱਚ ਜ਼ਰੂਰ ਮਾਤਮ ਰਿਹਾ, ਪੰਜਾਬ ਪੁਲਿਸ ਦਾ ਤਸ਼ੱਦਦ ਹੋਇਆ, ਪਰ ਦੈਟ ਡਜ਼ਨਟ ਮੇਕ ਯੂ ਔਰ ਕੁਆਲੀਫਾਈ ਯੂ ਟੂ ਬਿਕਮ ਏ ਜਥੇਦਾਰ ਆਫ ਏ ਤਖਤ। ਉਹ ਵੀ ਤੁਸੀਂ ਇੱਕ ਕੁਆਸੀ ਜਿਹੜੀਆਂ ਇੱਦਾਂ ਦੀਆਂ ਤੁਸੀਂ ਕਰਦੇ ਰਹੇ ਆ, ਹੁਣ ਵੀ ਤੁਸੀਂ ਬੇਲੋੜਾ ਵਿਵਾਦ ਕਰ ਰਹੇ ਆ। ਪੰਜਾਬ ਦੀ ਅੱਜ ਇਹ ਮਨਵੀਰ ਕੰਡੀਸ਼ਨ ਆ ਕਿ ਬਦ ਅਮਨੀ ਦਾ ਆਲਮ ਤੇ ਗੜੇਮਾਰੀ ਦਾ ਆਲਮ ਹੈ। ਇਸ ਆਲਮ 'ਚ ਕੋਈ ਵੀ ਫਸਲ ਸਾਲਮ ਨਹੀਂ ਰਹਿੰਦੀ। ਅਕਲਾਂ ਵਾਲਿਓ, ਅਕਲਾਂ ਦੇ ਫੁੱਲ ਖਿੜਦੇ, ਅਮਨ ਅੰਦਰ ਟੇਟੇ ਚੜ੍ਹ ਕੇ ਹਿੰਸਾ ਦੇ, ਅਕਲ ਸਾਲਮ ਨਹੀਂ ਰਹਿੰਦੀ। ਇਸ ਲਈ ਇੱਥੇ ਆਪਣਾ ਪੰਜਾਬ ਅੱਜ ਗੜੇਮਾਰੀ ਦੀ ਸ਼ਿਕਾਰ ਆ। ਉਹਨਾਂ ਨੇ ਇੱਦਾਂ ਦੇ ਨੁਮਾਇੰਦੇ ਚੁਣ ਲਏ ਜਿਹੜੇ ਰਾਜ ਸਭਾ MP ਰਾਘਵ ਚੱਡੇ ਵਰਗੇ ਚੁਣੇ ਨੇ। ਉਹਨਾਂ ਦੇ ਹੱਥ 'ਚ 2 ਤਖਤੀਆਂ ਪੜੀਆਂ ਹੋਈਆਂ ਸੀ ਕੱਲ। ਇੱਕ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣੇ ਨੂੰ ਪਾਣੀ ਦੇਵਾਂਗੇ, ਦਿੱਲੀ ਨੂੰ ਪਾਣੀ ਲੈ ਕੇ ਦੇਵਾਂਗੇ। ਕਿੱਥੋਂ ਲੈ ਕੇ ਦੇਣਗੇ? ਜਿੱਥੋਂ ਉਹ ਚੁਣ ਕੇ ਗਏ ਨੇ, ਪੰਜਾਬ 'ਚੋਂ। ਦੂਜੀ ਤਖਤੀ ਸੀ ਵੀ ਸਾਡੇ ਸੁਪਰੀਮੋ ਨੂੰ ਸਿੰਗਾਪੁਰ ਜਾ ਲੈਣਾ। ਕਿੱਡੇ ਅਹਿਮ ਇਸ਼ੂ ਲੈ ਕੇ ਗਏ ਨੇ ਉਹ ਇੰਡੀਅਨ ਪਾਰਲੀਮੈਂਟ ਦੇ ਬਾਹਰ। ਇਸ ਤਰ੍ਹਾਂ ਦੇ ਬੰਦੇ ਚੁਣ ਲਏ। ਸੈਕੰਡ, ਹੁਣ ਸਿਮਰਨਜੀਤ ਸਿੰਘ ਮਾਨ ਚੁਣ ਕੇ ਗਿਆ। ਇਹਨਾਂ ਦਾ ਜਿੱਤਣਾ ਜ਼ਰੂਰੀ ਸੀ, ਮੈਂ ਵੈਲਕਮ ਕਰਦਾ, ਪਰ ਉਹਨਾਂ ਨੂੰ ਉੱਥੇ ਕਿਸੇ ਵੰਡੀਆਂ ਪਾਉਣ ਦੇ ਬਿਆਨ ਦੇਣ ਲਈ ਨਹੀਂ ਭੇਜਿਆ। ਜੇ ਰਿਪੋਰਟਰਸ ਨੇ ਉਹਨਾਂ ਨੂੰ ਪ੍ਰਵੋਕ ਵੀ ਕੀਤਾ ਸੀ ਤਾਂ ਹੀ ਸ਼ੁੱਡ ਹੈਵ ਈਜ਼ਲੀ ਅਵੋਇਡਡ ਦੈਟ ਕਿ ਮੈਂ ਸ਼ਹੀਦ ਨਹੀਂ ਉਹਨੂੰ ਮੰਨਦਾ, ਤੁਸੀਂ ਆਪਣਾ opinion ਜੋ ਮਰਜ਼ੀ ਰੱਖੋ, ਰੈਦਰ ਦੈਨ ਕਿ ਤੁਸੀਂ ਆਪਣਾ ਨੈਰੇਟਿਵ ਪਬਲਿਕ 'ਚ ਦੇਣਾ। ਆਈ ਥਿੰਕ ਯੂ ਆਰ ਅ ਸੀਨੀਅਰ IPS ਆਫਿਸਰ, ਤੁਹਾਡੇ ਕੋਲ ਲੰਮਾ ਪੋਲੀਟੀਕਲ ਇਤਿਹਾਸ ਆ। ਵੀ ਡੋਂਟ ਨੀਡ ਕਨਫਰੰਟੇਸ਼ਨ, ਵੀ ਡੋਂਟ ਨੀਡ ਸਿਕਸ, ਡੋਂਟ ਨੀਡ ਅ ਕਨਫਲਿਕਟ ਪੋਲਿਟਿਕਸ। ਤੁਹਾਡੇ ਕੋਲ ਖੋਖਲੇ ਨਾਰੇ ਨੇ, ਅਦਰ ਦੈਨ ਦੈਟ ਯੂ ਹੈਵ ਨਥਿੰਗ। ਕੁਕੀ ਗਿੱਲ ਜੀ, ਐਵੇਂ ਲੱਗਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਪੋਲਿਟਿਕਸ ਖੇਡੀ ਹੈ, ਉਹਨਾਂ ਨੂੰ ਵੋਟ ਵੀ ਉਹਦੇ ਵਿੱਚ ਮਿਲੀ ਹੈ। ਇੱਕ ਤਰ੍ਹਾਂ ਦੇ ਨਾਲ ਉਹ ਆਪਣੇ ਸਿਰ ਤੋਂ ਉਹ ਬੰਦੀ ਸਿੰਘਾਂ ਦੇ ਮੁੱਦੇ ਦੀ ਰਿਹਾਈ ਦਾ ਜਿਹੜਾ ਪ੍ਰੋਪਰ ਟੌਪਿਕ ਆ ਉਹਨੂੰ ਉਤਾਰਨਾ ਚਾਹੁੰਦੇ। ਇਸ ਕਰਕੇ ਇਹ ਉਲਝੇਵੇਂ ਭਰੇ, ਇੱਕ ਬੇਵਕੂਫੀ ਭਰੇ, ਮੈਂ ਬੜੀ ਰਿਸਪੌਂਸਿਬਿਲਿਟੀ ਨਾਲ ਇਹ ਸ਼ਬਦ ਬੋਲ ਰਹੀ ਹਾਂ ਕਿ ਬੇਵਕੂਫੀ ਭਰੇ ਨੈਰੇਟਿਵ ਨੂੰ ਇਹਨਾਂ ਨੇ ਸਪਰੈਡ ਕੀਤਾ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸੇ ਨੂੰ ਧਿਆਨ ਨਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਐਫਰਟਸ ਉਹ ਆਪਾਂ ਦੇਖ ਰਹੇ ਹਾਂ, ਪਰ ਅਕਾਲੀ ਦਲ ਦੀ ਹੀ ਜ਼ਿੰਮੇਵਾਰੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ, ਉਹ ਆਲ ਟੂਗੇਦਰ ਸਾਰੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਹੈ। ਇਹ ਨਾ ਮਨਵੀਰ, ਨਵੇਂ ਕਿਰਦਾਰ ਸਾਹਮਣੇ ਆ ਰਹੇ ਆ, ਪਰ ਨਾਟਕਕਾਰ ਹੋ ਗਏ ਨੇ। ਇਹਨਾਂ ਨੇ ਇਹੀ ਨਾਟਕ 1989 'ਚ ਖੇਡਿਆ, ਉਦੋਂ ਇਹਨਾਂ ਨੇ ਸਹੁੰ ਨਹੀਂ ਚੱਕੀ, ਪਰ ਉੱਥੇ ਇਹ ਨਹੀਂ ਕਹਿ ਸਕੇ ਕਿ ਮੈਂ ਸਹੁੰ ਕਿਉਂ ਨਹੀਂ ਚੱਕ ਰਿਹਾ। ਉੱਥੇ ਦੱਸਣਾ ਬਣਦਾ ਸੀ ਵੀ ਕਿਉਂ ਸਰਦਾਰ ਹੁਕਮ ਸਿੰਘ ਨੇ ਜਦੋਂ ਇੰਡੀਆ ਦਾ ਸੰਵਿਧਾਨ ਲਿਖਿਆ ਗਿਆ ਸੀ ਉਹਨਾਂ ਨੇ ਸਾਈਨ ਕਿਉਂ ਨਹੀਂ ਸੀ ਕੀਤੇ। ਹੁਣ ਵੀ ਇਹਨਾਂ ਨੂੰ ਦੱਸ ਕੇ ਸਹੁੰ ਚੱਕਣੀ ਚਾਹੀਦੀ ਸੀ। ਮੈਂ ਅੱਗੇ ਵੀ ਕਿਹਾ ਸੀ ਕਿ ਸਿਨ ਫੇਨ ਆਇਰਿਸ਼ ਸਟਰਗਲ ਦੀ ਹਿਸਟਰੀ ਪੜ੍ਹ ਲਓ, ਸਿਨ ਫੇਨ ਪਾਰਟੀ ਦਾ ਇਤਿਹਾਸ ਪੜ੍ਹ ਲਓ। ਅੱਜ ਰੂਲਿੰਗ ਪਾਰਟੀ ਆ ਨਦਰਨ ਆਇਰਲੈਂਡ ਦੇ ਵਿੱਚ ਤੇ ਸੈਕੰਡ ਲਾਰਜੈਸਟ ਪਾਰਟੀ ਆ ਪ੍ਰੋਪਰ ਸਾਊਥ ਆਇਰਲੈਂਡ ਦੇ ਵਿੱਚ, ਐਂਡ ਦੇ ਆਰ ਮੂਵਿੰਗ ਟੂਵਰਡਸ ਰੀਯੂਨੀਫਿਕੇਸ਼ਨ ਬਿਟਵੀਨ ਨਾਰਥ ਐਂਡ ਸਾਊਥ, ਕਿਉਂਕਿ ਉਹਨਾਂ ਦੇ ਲੀਡਰ ਵੰਡੀਆਂ ਨਹੀਂ ਪਾ ਰਹੇ, ਵੰਡੀਆਂ ਵਾਲੇ ਬਿਆਨ ਨਹੀਂ ਦੇ ਰਹੇ। ਇਹ ਨਹੀਂ ਕਹਿ ਰਹੇ ਕਿ ਮਾਈਕਲ ਕੋਲਿਨਸ ਵੱਡਾ ਸੀ ਕਿ ਜੈਰੀ ਐਡਮਸ ਵੱਡਾ ਸੀ। ਮਤਲਬ ਕਿ ਡਿਫਰੈਂਟ ਟਾਈਮ ਤੇ ਡਿਫਰੈਂਟ ਪਰਸਨੈਲਿਟੀਜ਼ ਆਈਆਂ ਨੇ। ਨੈਰੇਟਿਵ ਜਿਹੜਾ ਆਪਾਂ ਨੂੰ ਅੱਜ ਚਾਹੀਦਾ ਕਿ ਸਾਡੇ ਇੰਨੇ ਸਾਲਾਂ ਤੋਂ ਸਿੱਖ ਨੌਜਵਾਨ ਬੰਦੀ ਨੇ ਜੋ ਹੁਣ ਬਿਰਧ ਅਵਸਥਾ ਚਲੇ ਗਏ ਨੇ, ਉਹਨਾਂ ਦਾ ਇਸ਼ੂ ਉਠਾਇਆ ਜਾਵੇ। ਜਿਵੇਂ ਤਾਮਿਲ ਲੋਕਾਂ ਨੇ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਜਿਹੜੇ ਉੱਥੇ ਬੰਦੇ ਦੋਸ਼ੀ ਪਾਏ ਗਏ ਸੀ, ਉਹਨਾਂ ਦੀ ਰਿਹਾਈ ਲਈ ਤਾਮਿਲਾਂ ਨੇ ਇਕਜੁੱਟਤਾ ਦਿਖਾਈ ਆ।
ਜਾਂ ਫਿਰ ਤਾਮਿਲ MP ਇਹ ਰਾਜਾ ਦਾ ਉਹ ਬਿਆਨ ਪੜ੍ਹ ਲੈਣ ਜਿਹਦੇ 'ਚ ਉਹਨਾਂ ਨੇ ਵੰਗਾਰ ਪਾਈ ਆ ਸੈਂਟਰ ਗਵਰਨਮੈਂਟ ਨੂੰ ਕਿ ਜੇ ਸਾਨੂੰ ਖੁਦ ਮੁਖਤਿਆਰੀ ਨਾ ਦਿੱਤੀ ਤਾਂ ਅਸੀਂ ਪੁਰਾਣਾ ਪੈਰੀਆਰ ਵਾਲਾ ਸੋਚ ਵਾਲਾ ਤਾਮਿਲ ਹੋਮਲੈਂਡ ਬਣਾਵਾਂਗੇ। ਇਦਾਂ ਦਾ ਕਹਿਣਾ ਸਿੱਖੋ, ਫੋਕੇ ਨਾਰੇ ਨਹੀਂ ਉਹ ਮਾਰ ਰਹੇ ਕਿ ਅਸੀਂ ਤਾਮਿਲਸਤਾਨ ਲੈਣਾ ਜਾਂ ਫਲਾਣਾ ਲੈਣਾ। ਵੈਰੀ ਕਲੀਅਰਲੀ ਉਹ ਕਹਿ ਰਹੇ ਨੇ ਜੇ ਗੱਲ ਕਰਨੀ ਸਿੱਖ ਹੋਮਲੈਂਡ ਦੀ ਕਰੋ। ਸਾਡੇ ਕੋਲੇ 2 ਵਾਰ ਸਿੱਖ ਰਾਜ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਰਿਹਾ, ਲਾਲ ਕਿਲੇ ਤੇ ਅਸੀਂ ਝੰਡਾ ਵੀ ਚੜਾਇਆ, ਉੱਥੇ ਸਿੰਘਾਸਨ ਤੇ ਬੈਠੇ ਵੀ ਹਾਂ, ਲਾਹੌਰ 'ਚ ਵੀ ਸਾਡੀਆਂ ਬੁਲੰਦੀਆਂ ਰਹੀਆਂ ਨੇ। ਉਹ ਗੱਲ ਕਰੋ। ਤੇ ਉਦੋਂ ਇਸੇ ਤਰ੍ਹਾਂ ਦੀ ਸੋਚ ਨੇ ਮਨਵੀਰ 1947 ਸਿੰਸ ਦਾ ਫਾਰਮੇਸ਼ਨ ਆਫ ਗੁਰਦੁਆਰਾ ਜਦੋਂ ਸੁਧਾਰ ਲਹਿਰ ਚੱਲੀ, ਉਹ ਸੁਧਾਰ ਲਹਿਰ ਅਸੀਂ ਗੁਰਦੁਆਰੇ ਤਾਂ ਆਜ਼ਾਦ ਕਰਾ ਲੈਣੇ ਸੀ, ਸਾਨੂੰ ਸਿੱਖ ਰਾਜ ਆਜ਼ਾਦ ਕਰਾਉਣ ਦੀ ਮੰਗ ਰੱਖਣੀ ਚਾਹੀਦੀ ਸੀ। ਪਰ ਉਹ ਅਕਾਲੀ ਲੀਡਰਸ਼ਿਪ that kept on moving with the same ideology ਜਿਹੜੀ ਕਿ ਆਈਡੀਓਲੋਜੀ ਆ ਕੇ ਫੋਕੇ ਨਾਰੇ ਸਿਮਰਨਜੀਤ ਸਿੰਘ ਮਾਨ ਕਹਿ ਰਿਹਾ। ਕੁਕੀ ਗਿੱਲ ਜੀ, ਮੈਂ ਇਹ ਜਿਹੜਾ ਸਵਾਲ ਤੁਹਾਡੇ ਵੱਲ ਲੈ ਕੇ ਆ ਰਹੀ ਹਾਂ, ਇਹਦੇ ਬਾਰੇ ਮੈਂ ਸ਼ੋਰ ਵੀ ਨਹੀਂ ਹੈਗੀ ਕਿ ਸਵਾਲ ਮੇਰਾ ਸਹੀ ਹੈ ਕਿ ਨਹੀਂ ਹੈ। ਅਗਰ ਮੈਂ ਗਲਤ ਹੋਈ ਮੈਨੂੰ ਜ਼ਰੂਰ ਕਰੈਕਟ ਕਰ ਦੇਣਾ, ਕਿਉਂਕਿ ਤੁਸੀਂ ਹਵਾਰਾ ਜੀ ਦਾ ਨਾਮ ਲਿਆ। ਹਵਾਰਾ ਨੂੰ ਇਹਨਾਂ ਨੇ ਇੱਕ ਪਾਸੜ ਲਾਈਕ ਇੱਕ ਜਥੇਦਾਰ ਘੋਸ਼ਿਤ ਕਰ ਦਿੱਤਾ ਸੀਗਾ। ਬਹੁਤ ਪੁਰਾਣੀ ਗੱਲ ਹੈ, ਮੈਂ ਉਹਦੇ ਬਾਰੇ ਇੰਨੀ ਜਾਣਕਾਰੀ ਵੀ ਨਹੀਂ ਰੱਖਦੀ। ਪਰ ਹਵਾਰਾ ਜੀ ਬਾਰੇ ਜੋ ਅਸੀਂ ਪੜ੍ਹਿਆ ਆ ਉਹ ਵੀ ਵਾਇਲੈਂਟ ਐਕਟ ਸੀਗੇ। ਸੋ ਇੱਥੇ ਆਪਣੀ ਜਦੋਂ ਆਪਣੀ ਜਿਹੜਾ ਉਹ ਯੂਥ, ਕਿਉਂਕਿ ਆਪਣੇ ਚੈਨਲ ਤੇ ਜ਼ਿਆਦਾ ਵਿਊਜ਼ ਵੀ ਜਿਹੜੇ ਉਹ ਯੂਥ ਵੱਲੋਂ ਆਉਂਦੇ ਆ, ਚੈਨਲ ਜ਼ਿਆਦਾ ਯੂਥ ਨਾਲ ਜੁੜਿਆ ਹੋਇਆ, ਉਹਨਾਂ ਨੇ ਉਸ ਇਤਿਹਾਸ ਨੂੰ ਬਹੁਤ ਮੋਟਾ ਪੜ੍ਹਿਆ ਹੋਇਆ। ਇੰਨੀ ਕਲੈਰਿਟੀ ਉਹਨਾਂ ਦੇ ਵਿੱਚ ਨਹੀਂ ਆ। ਭਗਤ ਸਿੰਘ ਉਹਨਾਂ ਦੇ ਲਈ ਇੱਕ ਯੂਨੀਵਰਸਲ ਜੀ ਫਿਗਰ ਹੈ ਜਿਹੜੀ ਆਲ ਓਵਰ ਇੰਡੀਆ ਉਹ ਜਾਂਦੇ ਆ ਤਾਂ ਉਹ ਰਿਪਰੈਜ਼ੈਂਟ ਕਰ ਪਾਉਂਦੇ ਕਿ ਅਸੀਂ ਭਗਤ ਸਿੰਘ ਜੀ ਨੂੰ ਆਪਣਾ ਹੀਰੋ ਮੰਨਦੇ ਆ। ਜਗਤਾਰ ਸਿੰਘ ਹਵਾਰਾ ਹੋ ਗਏ, ਆਪਣੇ ਹੋਰ ਬੰਦੀ ਸਿੰਘ ਹੋ ਗਏ, ਤੁਸੀਂ ਹੋ ਗਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋ ਗਏ। ਇੱਕ ਰਿਲੀਜੀਅਸ ਫਿਗਰ ਸੀ, ਉਹਨਾਂ ਦੀ ਇੱਕ ਬਹੁਤ ਅਲੱਗ ਸੋਚ ਸੀ। ਉਹ ਆਪਣੇ ਲੋਕਲ ਲੈਵਲ ਤੇ ਆਪਾਂ ਉਹਨਾਂ ਨੂੰ ਜਿਹੜਾ ਯੂਥ ਆ ਉਹਨਾਂ ਨੂੰ ਮੰਨਦਾ ਆ, ਰਿਸਪੈਕਟ ਕਰਦਾ ਆ, ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਆ। ਪਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿਹੜੀ ਉਦੋਂ ਵੀ ਜਿਹੜੀ ਤੁਸੀਂ ਇਵੈਂਟ ਹਵਾਰਾ ਨੂੰ ਜਥੇਦਾਰ ਲਗਾਉਣ ਵਾਲੀ ਦੱਸ ਰਹੇ ਆ, ਇਹ ਜਿਹੜੀਆਂ ਦੋਗਲਾਪਨ ਆ ਜਿਹੜਾ, ਇਹਦਾ ਪਿਛਲਾ ਕਾਰਨ ਕੀ ਆ? ਕੀ ਪੰਥਕ ਸਫਾਂ ਦੇ ਵਿੱਚ ਸਿਰਫ ਔਰ ਸਿਰਫ ਇਹੀ ਕਾਰਨ ਹੈ ਕਿ ਪੰਥਕ ਸਫਾਂ ਦੇ ਵਿੱਚ ਕਬਜ਼ਾ ਕਰਨਾ ਚਾਹੁੰਦੇ ਨੇ ਸਿਮਰਨਜੀਤ ਸਿੰਘ ਮਾਨ? ਆਪਾਂ ਕਹੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਦਾ ਸਿਰਫ ਇੱਕ MP ਕਈ ਦਹਾਕਿਆਂ ਬਾਅਦ ਜਿੱਤ ਕੇ ਗਿਆ। ਮਤਲਬ ਕਿ ਸਿਮਰਨਜੀਤ ਮਾਨ ਦੀ ਜਿਹੜੀ ਪੋਲੀਟੀਕਲ ਹਿਸਟਰੀ ਹੈ ਨਾ, ਜੇ 2018 ਚ ਦੁਬਾਰਾ ਬਗਰਾੜੀ ਸਿੱਖ ਸੰਗਤ, ਸਿੱਖ ਕੌਮ ਇਕੱਠੀ ਹੋਈ ਲੱਖਾਂ ਦੀ ਤਾਦਾਦ ਵਿੱਚ, ਉਹ ਜਦੋਂ ਸਟ੍ਰੀਮ ਪੂਰਾ ਭਰ ਗਿਆ, ਪੂਰਾ ਆਬਾਰ ਆ ਰਿਹਾ ਸੀ, ਇਹਨਾਂ ਨੇ ਫੇਰ ਸਟੇਜ ਜਿਹੜੀ ਸੀਗੀ ਮੈਨੇਜ ਕਰਕੇ ਉੱਥੋਂ ਫੇਰ ਪਿੱਛੇ ਹਟ ਗਏ। ਲੋਕੀ ਫੇਰ ਆਪਣਾ ਤਲਾਸ਼ 'ਚ ਰਹੇ। ਹੁਣ ਵੀ ਲੋਕਾਂ ਨੇ ਫੇਰ ਦਮ ਭਰਿਆ, ਇਹਨਾਂ ਨੂੰ ਰੈਪਰਜ਼ੈਂਟੇਸ਼ਨ ਦਿੱਤੀ ਆ। ਐਂਡ ਆਈ ਥਿੰਕ ਹੁਣ ਜਿਹੜਾ ਪੰਜਾਬ ਵਿੱਚ ਗੜੇਮਾਰੀ ਚੱਲ ਰਹੀ ਹੈ, ਜੋ ਸਿੱਖ ਕੌਮ ਅੱਗੇ ਬਹੁਤ ਵੱਡੀ ਦੁਬਿਧਾ, ਵੀ ਹੈਵ ਏ ਸੀਰੀਅਸ ਇਸ਼ੂ ਆਫ ਕੰਸਰਨ ਕਿ ਵੀ ਡੋਂਟ ਹੈਵ ਏ ਮਤਲਬ ਕਿ ਸਟਰੋਂਗ ਪੋਲੀਟੀਕਲ ਲੀਡਰਸ਼ਿਪ ਰੈਪਰਜ਼ੈਂਟਿੰਗ ਦਾ ਸਿੱਖਸ। ਕਿਉਂਕਿ ਇਹ ਗਲਤੀਆਂ 1920 ਤੋਂ ਕਰਦੇ ਆਏ ਨੇ। ਕਹਿੰਦੇ ਆ ਕੁਰਬਾਨੀਆਂ ਵਾਲਾ ਇਤਿਹਾਸ, ਇਹਨਾਂ ਨੇ ਆਪਣੀਆਂ ਕੁਰਬਾਨੀਆਂ ਝੋਲੀ ਕਿਹਦੇ ਪਾਈਆਂ? ਪੰਡਿਤ ਜਵਾਹਰ ਲਾਲ ਨਹਿਰੂ ਦੇ, ਮਹਾਤਮਾ ਗਾਂਧੀ ਦੇ। ਉਹਨਾਂ ਦੇ ਪਿੱਛ ਲੱਗ ਬਣ ਕੇ ਇਹ ਰਹੇ ਨੇ। ਅਸੀਂ ਗੁਰਦੁਆਰੇ ਆਜ਼ਾਦ ਕਰਾ ਲੈਣੇ ਸੀ, ਸਾਡੇ ਗੁਰਦੁਆਰਿਆਂ ਤੇ ਅਸੀਂ ਸਰਬਰਾਹ ਅਰੂੜ ਸਿੰਘ ਵਰਗੇ ਰਹਿਣ ਨਹੀਂ ਸੀ ਦੇਣੇ। ਪਰ ਸਾਨੂੰ ਪਹਿਲੇ ਆਪਣਾ ਸਿੱਖ ਰਾਜ ਦੀ ਉਹਦੇ ਬਾਰੇ ਵਿਉਂਤਬੰਦੀ ਕਰਨੀ ਚਾਹੀਦੀ ਸੀ, ਕਿਉਂਕਿ ਇੱਕ ਸਿੱਖ ਕੌਮ ਹੀ ਸੀ ਜਿਹਦੇ ਕੋਲੇ ਲਾਸਟ ਰਾਜ ਜਿਹੜਾ ਕਿ ਬ੍ਰਿਟਿਸ਼ ਅੰਪਾਇਰ ਅੱਗੇ ਹਾਰਿਆ ਸੀ। ਐਂਡ ਇਹ ਜਿਹੜਾ ਨੈਰੇਟਿਵ ਜਿਵੇਂ ਇਹਨਾਂ ਨੇ, ਮੈਂ ਕਿਹਾ 2015 ਚ ਬੁਣਿਆ, 2018 ਚ ਬੁਣਿਆ, ਫਿਰ ਦੀਪ ਸਿੱਧੂ ਦੇ ਜਦੋਂ ਉਹਦਾ ਮਰਡਰ ਹੋਇਆ, ਉਹਨੂੰ ਇਹਨਾਂ ਨੇ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ। UN ਤੋਂ ਉਹਦੀ ਇਨਕੁਆਇਰੀ ਮੰਗ ਰਹੇ। ਪਹਿਲੇ 1984 ਵਾਲੇ ਜਿਹੜੇ ਵਾਰ ਕ੍ਰਾਈਮਸ ਹੋਏ ਨੇ ਨਾ ਦਰਬਾਰ ਸਾਹਿਬ, ਪਹਿਲੇ ਉਹਦੀ ਇਨਕੁਆਇਰੀ ਮੰਗੋ। ਉਹ ਯੂਨੀਅਨ ਹੋਮ ਮਿਨਿਸਟਰੀ ਅੱਗੇ ਸਵਾਲ ਉਠਾਓ ਕਿ ਲਿਆ ਕੇ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਬੰਦਿਆਂ ਰਾਹੀਂ ਸਾਡੇ ਸ਼ਹੀਦਾਂ ਦੇ ਸੰਸਕਾਰ ਜਿਸ ਤਰ੍ਹਾਂ ਕਰਾਏ ਕੂੜਿਆਂ ਨੂੰ, ਉਹਨਾਂ ਦਾ ਜਵਾਬ ਦਿਓ। ਨਾ ਕਿ ਇੱਥੇ ਨੈਰੇਟਿਵ ਰੱਖੋ ਕਿ ਕਿਹੜਾ ਪਰਸਨੈਲਿਟੀ ਟੈਰਰਿਸਟ ਆ, ਕਿਹੜਾ ਪਰਸਨੈਲਿਟੀ ਕੌਮੀ ਸ਼ਹੀਦ ਆ। ਕੁਕੀ ਗਿੱਲ ਜੀ, ਅਗਰ ਪੂਰੇ ਆਪਾਂ ਇਸ ਵਿਵਾਦ ਨੂੰ ਦੇਖੀਏ ਜਿਹੜਾ ਭਗਤ ਸਿੰਘ ਜੀ ਦੇ ਨਾਲ ਹੀ ਜੁੜਿਆ ਹੋਇਆ ਵਿਵਾਦ ਹੈ, ਐਵੇਂ ਲੱਗਦਾ ਹੈ ਕਿ ਖਾਲਿਸਤਾਨੀ ਏਜੰਡਾ, ਜਿਸ ਤਰ੍ਹਾਂ ਇੱਕ ਪ੍ਰੋ ਖਾਲਿਸਤਾਨੀ ਏਜੰਡਾ ਚੱਲ ਰਿਹਾ ਹੈ ਜਿਹੜਾ ਉਹਨਾਂ ਨੂੰ ਫਾਇਦਾ ਪਹੁੰਚਾ ਰਿਹਾ। ਮੈਂ ਇਹਦੀ ਐਗਜ਼ਾਮਪਲ ਤੁਹਾਨੂੰ ਦੇਖ ਕੇ ਸ਼ੁਰੂ ਕਰਦੀ ਹਾਂ ਕਿ ਮੁਦਕੇ ਦੇ ਵਿੱਚ ਪਹਿਲੀ ਵਾਰ ਹੋਇਆ ਮੈਨੂੰ ਲੱਗਦਾ ਪੰਜਾਬ ਦੇ ਵਿੱਚ, ਅਦਰਵਾਈਜ਼ ਮਹਾਤਮਾ ਗਾਂਧੀ ਜੀ ਦੇ ਬੁੱਤਾਂ ਤੇ ਤਾਂ ਲਿਖਿਆ ਹੀ ਜਾਂਦਾ ਰਿਹਾ, ਬਟ ਭਗਤ ਸਿੰਘ ਜੀ ਦਾ ਬੁੱਤ, ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਤੇ ਖਾਲੀ ਸਥਾਨ ਦੇਖੀ ਔਰ ਉੱਥੇ ਕਾਲਾ ਰੰਗ ਭਰ ਗਿਆ।
ਇਹ ਜਿਹੜਾ ਹੇਟਰਡ ਜਿਹੜਾ ਫੈਲ ਰਿਹਾ ਜਾਂ ਇਸ ਜਿਹੜੀ ਧਰੁਵੀਕਰਨ ਹੋ ਗਿਆ ਆਪਣੇ ਪੰਜਾਬੀ ਸਮਾਜ ਦੇ ਵਿੱਚ, ਭਗਤ ਸਿੰਘ ਵਰਸਸ ਜਿਹੜੇ ਸਿੱਖ ਹੋ ਗਏ, ਉਹ ਇੰਨੇ ਵੱਡੇ ਉਹਦੇ ਵਿੱਚ ਤਾਂ ਨਹੀਂ ਲੱਗਦਾ, ਪਰ ਸਿਮਰਨਜੀਤ ਸਿੰਘ ਮਾਨ ਜੀ ਦਾ ਵੀ ਇੱਕ IT ਸੈੱਲ ਜਿਹੜਾ ਉਹ BJP ਆਮ ਆਦਮੀ ਪਾਰਟੀ ਵਾਂਗੂ ਮੈਂ ਕਿਹਾ ਕਿ ਬਹੁਤ ਕੰਮ ਕਰ ਰਿਹਾ ਔਰ ਉਹ ਬਹੁਤ ਵੱਡੇ ਲੈਵਲ ਤੇ ਫੈਲਾ ਰਿਹਾ ਹੈ। ਸੋ ਉਹਨਾਂ ਵੱਲੋਂ ਜਿਹੜੇ ਸਕਸੈਸ਼ਨਿਸਟ ਨੇ, ਜਿਹੜੇ ਅੱਜ ਵੀ ਬਾਹਰ ਬੈਠੇ ਹੋਏ ਨੇ, ਜਿਹੜੇ ਬਾਹਰ ਬੈਠ ਕੇ ਇਹ ਖਾਲਿਸਤਾਨ ਏਜੰਡਾ ਜਿਹੜਾ ਆ ਚਲਾ ਰਹੇ ਨੇ, ਉਹਨਾਂ ਵੱਲੋਂ ਐਵੇਂ ਰੰਗ ਭਰਿਆ ਜਾਣਾ, ਕਾਲਾ ਰੰਗ ਭਗਤ ਸਿੰਘ ਜੀ ਦੇ ਬੁੱਤ ਅੱਗੇ, ਇਹ ਆਪਾਂ ਨੂੰ ਦਿਖਾਉਂਦਾ ਆ ਕੁਕੀ ਗਿੱਲ ਜੀ ਕਿ ਆਪਾਂ ਨੂੰ ਮੌਜੂਦਾ ਹਾਲਾਤਾਂ ਦੇ ਵਿੱਚ ਰਹਿ ਕੇ ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੇ ਮੁੰਡੇ ਜਿਹੜੇ ਉਹ ਜੇਲ੍ਹਾਂ 'ਚ ਧੱਕੇ ਜਾ ਰਹੇ ਆ। ਮੈਂ ਨਾ ਜਦੋਂ US ਗਿਆ 1986, ਮੇਰੇ ਅੱਗੇ ਸਵਾਲ ਸੀ, ਚੋਇਸਿਸ ਸੀਗੀਆਂ ਸਾਡੇ ਕਿ ਆਈਦਰ ਆਈ ਗੋ ਟੂ ਪਾਕਿਸਤਾਨ ਟੂ ਟਾਕ ਟੂ ਦਾ ਪਾਕਿਸਤਾਨ ਗਵਰਨਮੈਂਟ, ਔਰ ਆਈਦਰ ਜਿਵੇਂ ਉਹ ਸੇਫ ਹੈਵਨ 'ਚੋਂ ਬਹਿ ਕੇ ਹੁਣ ਦੁਬਾਰਾ ਕਾਲੀਆਂ ਕਰ ਰਹੇ ਨੇ ਸਾਡੇ ਸ਼ਹੀਦਾਂ ਦੀਆਂ, ਇਹ ਕਰਵਾ ਰਹੇ ਨੇ ਬਾਹਰ ਬੈਠ ਕੇ ਚੰਦ ਦਮੜਿਆਂ ਲਈ। ਪਹਿਲੇ ਉਹਨਾਂ ਦੀ ਹਾਲਤ ਦੇਖ ਲਓ, ਲੋਕ ਆਪਣੀ ਉਹਨਾਂ ਦੀ ਜੇਲ੍ਹ 'ਚ ਜਾ ਕੇ ਹਾਲਤ ਦੇਖ ਲਓ, ਰੋਟੀ ਪਾਣੀ ਦੇ ਆਰੇ ਪਏ ਹੋਏ ਉਹਨਾਂ ਨੂੰ, ਕਿਉਂਕਿ ਉਹ ਪਹਾੜੇ ਦੇ ਨਾਲ ਸੈਸੈਸ਼ਨਿਸਟ ਮੂਵਮੈਂਟਾਂ ਨਹੀਂ ਚੱਲੀਆਂ ਹੁੰਦੀਆਂ। ਲਿਬਰੇਸ਼ਨ ਮੂਵਮੈਂਟ ਨੂੰ ਪਹਾੜੇ ਦੇ ਕਿਰਾਏ ਦੇ ਟੱਟੂ ਨਹੀਂ ਚਲਾ ਸਕਦੇ। ਅਸੀਂ ਲਿਬਰੇਸ਼ਨ ਮੂਵਮੈਂਟ ਦਾ ਪਾਰਟ ਰਹੇ ਹਾਂ, ਭਾਵੇਂ ਐਸਪੀਰੇਸ਼ਨ ਸਾਡੀਆਂ ਪੂਰੀਆਂ ਨਹੀਂ ਹੋਈਆਂ, ਪਰ ਸਟਿਲ ਮੈਂ ਜਿਹੜਾ ਮਕਸਦ ਲੈ ਕੇ ਗਿਆ ਸੀ ਘਰੋਂ, ਉਹ ਮੈਂ ਫੁੱਲਫਿਲ ਕਰਕੇ ਇਹਨਾਂ ਦੇ ਹਿੱਕ ਉੱਤੋਂ ਦੀ ਆ ਕੇ ਘਰੇ ਆਇਆ ਵਾਪਸ। ਉਹ ਰੱਬ ਲਿਆਇਆ ਮੈਨੂੰ। ਇਹ ਤਾਂ ਸਾਡੇ ਤੇ ਵੀ ਸਵਾਲ ਉਠਾ ਦੇਣਗੇ। ਨਾ ਅਸੀਂ ਸਾਹ ਸਿਮਰਨਜੀਤ ਸਿੰਘ ਮਾਨ ਵਾਂਗੂ ਮਾਫੀਆਂ ਮੰਗੀਆਂ ਕਿਸੇ ਤੋਂ ਜੇਠ ਮਲਾਨੀ ਰਾਹੀਂ, ਤੇ ਨਾ ਅਸੀਂ ਕਦੀ ਮੰਗਾਂਗੇ। ਭਾਵੇਂ ਮੇਰਾ ਇਤਿਹਾਸ ਚੈੱਕ ਕਰ ਲਓ, ਜਾ ਕੇ ਤਿਹਾੜ ਜੇਲ੍ਹ 'ਚ ਵੀ ਕਰ ਲਓ, ਅਮਰੀਕਨ ਜੇਲ੍ਹ 'ਚ ਵੀ ਕਰ ਲਓ, ਜਸਟਿਸ ਸਿਸਟਮ ਅੱਗੇ ਵੀ ਦੇਖ ਲਓ, ਪੁਲਿਸ ਰੈਕਡ ਵੀ ਚੈੱਕ ਕਰ ਲਓ, ਅਸੀਂ ਕਿਤੇ ਮਾਫੀਨਾਮੇ ਨਹੀਂ ਮੈਂ ਲਿਖਿਆ। ਇਹ ਮੇਰਾ ਕੰਧ ਤੇ ਪੜਿਆ ਦੇਖ ਲਓ, ਸਾਡੀਆਂ ਕੰਧਾਂ ਕਾਲੀਆਂ ਨਾ ਕਰਵਾਓ, ਫੋਕੇ ਨਾਰੇ ਨਾ ਲਾਓ। ਜਦੋਂ ਮੈਂ 86 US ਗਿਆ ਸੀ, ਮੈਂ ਉਦੋਂ ਇਹੀ ਅਸੀਂ ਪ੍ਰਚਾਰ ਸੁਣ ਰਹੇ ਸੀ ਕਿ ਇਹਨਾਂ ਵਰਗਾ ਇੱਕ ਉਦੋਂ ਜਗਜੀਤ ਸਿੰਘ ਚੌਹਾਨ ਵੀ ਸੀ ਡਾਕਟਰ, ਜਿਹੜਾ ਕਿ ਖਾਲਿਸਤਾਨ ਦੀ ਸਰਕਾਰ ਡਿਕਲੇਅਰ ਕਰੀ ਬੈਠਾ ਸੀ ਇੰਗਲੈਂਡ 'ਚ। ਇਸੇ ਤਰ੍ਹਾਂ ਬੱਬਰ ਖਾਲਸਾ ਨਾਲ ਜੁੜੇ ਬੰਦੇ ਉਹ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਬੈਠੇ ਸੀ, ਝੂਠੇ ਪਾਸਪੋਰਟ ਲਈ ਫਿਰਦੇ ਸੀ, ਝੂਠੇ ਡਾਲਰ ਛਾਪ ਲਏ। ਇਕਾਡੋਰ ਗਵਰਨਮੈਂਟ ਤੋਂ ਕੋਈ ਕਹਿ ਵੀ ਉਹ ਸਾਨੂੰ ਮਦਦ ਕਰ। ਜਦੋਂ ਮੈਂ ਜਾ ਕੇ ਉੱਥੇ ਖੋਲਿਆ, ਮੈਨੂੰ ਬਹੁਤ ਚੰਗੇ ਨਾਮਵਰ ਸਿੱਖ ਸਾਡੇ ਨਾਲ ਜੁੜੇ, ਅਸੀਂ ਗੱਲਬਾਤ ਕੀਤੀ, ਪਰ ਕੋਈ ਵੀ ਸਿੰਗਲ ਗਵਰਨਮੈਂਟ ਈਵਨ ਪਾਕਿਸਤਾਨ ਕਦੀ ਵੀ ਓਪਨ ਸਪੋਰਟ ਨਹੀਂ ਸੀ ਕਰਨਾ ਚਾਹੁੰਦਾ ਸਿੱਖ ਸਟਰਗਲ ਦੀ, ਨਾ ਉਹ ਕਿਸੇ ਨੈਰੇਟਿਵ 'ਚ ਆਉਣਾ ਚਾਹੁੰਦੇ ਸੀ। ਉਹ ਪਿੱਛੇ ਰਹਿ ਕੇ ਹਾਂ ਜ਼ਰੂਰ ਕਮਿਊਨਲ ਹੇਟਡ ਕ੍ਰੀਏਟ ਕਰਾਉਣਾ ਚਾਹੁੰਦੇ ਸੀ, ਜਿਵੇਂ ਕਿ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਬੇਲੋੜਾ ਡਿਬੇਟ ਛੇੜ ਰਹੇ ਨੇ। ਕੱਲ ਵੀ ਮੇਰਾ ਖਿਆਲ ਇਸੇ ਤਰ੍ਹਾਂ ਹੀ ਬੋਲ ਰਹੇ ਸੀ, ਮੈਂ TV ਤੇ ਬੋਲਦਿਆਂ ਦੇਖਿਆ। ਜੇ ਕੰਧਾਂ ਇਹ ਜਾ ਕੇ ਮੁਦਕੀ ਆਹ ਕਰ ਰਹੇ ਨੇ ਕਾਲੀਆਂ, ਪਹਿਲੇ ਆਪਣੇ ਘਰਾਂ ਵੱਲ ਝਾਕ ਲਓ। ਜੇ ਹਿੰਮਤ ਆ ਤਾਂ ਪੰਜਾਬ 'ਚ ਆਓ। ਮੈਂ ਅਸਾਈਲਮ ਛੱਡ ਕੇ ਆਇਆ, ਮੇਰੇ ਕੋਲ ਆਪਸ਼ਨ ਸੀਗੀ, ਨਾ ਮੈਂ ਅਪਲਾਈ ਕੀਤਾ ਅਸਾਈਲਮ ਲਈ, ਪਰ ਮੇਰੇ ਕੋਲ ਆਪਸ਼ਨ ਸੀ। ਜੇ ਅਸੀਂ ਗਏ ਸੀ ਨਾ ਪੰਜਾਬ ਦੇ ਪੁੱਤ ਬਣ ਕੇ, ਤਾਂ ਪੰਜਾਬ ਦੇ ਪੁੱਤ ਬਣ ਕੇ ਹੀ ਪੰਜਾਬ ਲਈ ਆਏ ਹਾਂ। ਕੌਣ ਡੂਬੇਗਾ ਕਿਸੇ ਪਾਰ ਉਤਰਨਾ ਹੈ ਜਾਫਰ, ਫੈਸਲਾ ਵਕਤ ਕੇ ਦਰਿਆ में है। ਇਹ ਬਹੁਤ ਮਤਲਬ ਕਿ ਅਹਿਮ ਅੱਖਰ ਨੇ। ਸਾਨੂੰ ਵਕਤ ਨੇ ਇੱਕ ਕਿਨਾਰਾ ਅਸੀਂ ਸੰਗਰੂਰ 'ਚ ਬੰਨਿਆ। ਮੈਂ ਮੰਨਦਾ, ਮੈਂ ਵਧਾਈ ਦੇਣਾ ਸਾਰ ਸਿਮਰਨਜੀਤ ਸਿੰਘ ਮਾਨ ਨੂੰ, ਜੋ ਜ਼ਿੰਮੇਵਾਰੀ ਦਿੱਤੀ ਆ। ਆਪਾਂ ਸਿੱਖ ਕੌਮ ਦੀ ਲੀਡਰਸ਼ਿਪ ਸਿਰਜਣੀ ਆ, ਤੁਹਾਡੇ ਕੋਲੇ ਅਹਿਮ ਜ਼ਿੰਮੇਵਾਰੀ। ਇਹ ਨਾ ਸੋਚੋ ਕਿ ਸੰਗਰੂਰ ਜਿੱਤ ਲਿਆ ਤੇ ਤੁਸੀਂ ਸਿੱਖ ਕੌਮ ਦੀ ਸਰਦਾਰੀ ਜਿੱਤ ਲਈ। ਪਹਿਲੇ ਕੱਲ੍ਹ ਵਾਲਾ ਜਥੇਦਾਰ ਸਾਹਿਬ ਦਾ ਬਿਆਨ ਸੁਣ ਲਓ ਦੁਬਾਰਾ, ਹੁਣ ਉਹ ਚੀਕਾਂ ਮਾਰਦੇ ਨੇ। ਅੱਜ ਤੱਕ ਆਪ ਤੱਕ ਦੇ ਜਥੇਦਾਰ ਨੇ ਕੀਤਾ ਕਿ ਇਹਨਾਂ ਨੇ ਸੌਦਾ ਸਾਧ ਵਰਗਿਆਂ ਨੂੰ ਮਾਫੀਆਂ ਦਿੱਤੀਆਂ ਨੇ, ਮਾਫੀਨਾਮੇ ਦਿੱਤੇ ਨੇ। ਇਹਨਾਂ ਨੇ ਨਿਰੰਕਾਰੀ ਕਲੈਸ਼ ਹੋਇਆ, ਉਦੋਂ ਜਥੇਦਾਰ ਲੱਭਿਆ ਨਹੀਂ। 84 ਦਾ ਐਡਾ ਵੱਡਾ ਭਿਆਨਕ ਹਾਦਸਾ ਹੋਇਆ, ਜਥੇਦਾਰ ਕਿਰਪਾਲ ਸਿੰਘ ਉਸ ਟਾਈਮ ਦਾ ਜਥੇਦਾਰ ਅਕਾਲ ਤਖਤ, ਉਹ ਬਿਆਨ ਦੇ ਰਿਹਾ ਵੀ ਕੋਠਾ ਸਾਹਿਬ ਸੁਰੱਖਿਅਤ ਆ। ਉਹਨਾਂ ਨੂੰ ਜਦੋਂ ਪਹਿਲੀ ਵਾਰੀ 15 ਜੂਨ ਨੂੰ ਇੰਡੀਅਨ ਗਵਰਨਮੈਂਟ ਦੇ ਨੁਮਾਇੰਦੇ ਮਿਲੇ, ਹੋਮ ਮਿਨਿਸਟਰ ਇੰਡੀਆ ਦਾ ਮਿਲਿਆ, ਤਾਂ ਉਹਨਾਂ ਦੀ ਕੀ ਮੰਗ ਸੀ ਵੀ ਫਟਾਫਟ ਜਿਹੜਾ ਅਕਾਲ ਤਖਤ ਸਾਹਿਬ ਆ ਇਹਨੂੰ ਦੁਬਾਰਾ ਸਾਰ ਦਿਓ। ਅਸੀਂ ਨਿਸ਼ਾਨੀਆਂ ਰੱਖਣੀਆਂ ਚਾਹੁੰਦੇ ਸੀ, ਇਹ ਨਿਸ਼ਾਨੀਆਂ ਸਾਡੀਆਂ ਸਿੱਖ ਕੌਮ ਦੀਆਂ ਮਿਟਾਉਂਦੇ ਆਏ ਨੇ। ਜਿਹੜਾ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੋਲਣਾ ਪੈ ਰਿਹਾ, ਉਹਦੇ ਬਾਰੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸੋਚਣਾ ਚਾਹੀਦਾ। ਉਹਨਾਂ ਨੂੰ ਉਹਨਾਂ ਦਾ ਇਤਿਹਾਸ ਸੁਣਾਓ ਕਿ ਤੁਸੀਂ ਅਕਾਲੀ ਫੂਲਾ ਸਿੰਘ ਵਾਲੀ ਥਾਂ ਤੇ ਬੈਠੇ ਆ, ਐ ਚੜੀਆਂ ਫੋਕੀਆਂ ਬੰਗਾਰਾਂ, ਫੋਕੇ ਨਾਰੇ, ਵੀ ਡੋਂਟ ਨੀਡ ਇਟ। ਨਾ ਸਿੱਖ ਕੌਮ ਇੱਦਾਂ ਦੀ ਕਿਸੇ ਅੱਗੇ ਝੁਕੀ ਆ, ਨਾ ਇਹਨਾਂ ਨੂੰ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਕਹਾਂਗਾ ਕਿ ਐ ਮਿੰਨਤਾਂ ਨਾ ਕਰੋ ਅਮਿਤ ਸ਼ਾਹ ਹੁਣਾਂ ਦੇ ਅੱਗੇ। ਕੋਈ ਸਾਡਾ ਮਾਣ ਸਨਮਾਨ, ਜਿਹੜੇ ਮੁੰਡੇ ਅੰਦਰ ਬੈਠੇ ਨੇ ਉਹਨਾਂ ਦਾ ਮਾਣ ਸਨਮਾਨ ਜ਼ਿਆਦਾ ਵੱਡਾ
ਪੀੜਾਂ ਝੱਲ ਜਾਣਗੇ ਜੇ ਸਾਡੇ ਮਾਣ ਤੇ ਸਨਮਾਨ ਡਿੱਗ ਗਏ। ਜਾ ਕੇ ਬੇਸ਼ੱਕ ਤਿਉਹਾਰ ਜੇਲ੍ਹ ਪੁੱਛ ਲਓ ਕਿ ਮੈਂ ਉੱਥੇ ਕੱਟ ਕੇ ਆਇਆ, ਅੱਜ ਵੀ ਲੋਕ ਯਾਦ ਕਰਦੇ ਆ। ਮੈਂ ਲੇਲੜੀਆਂ ਨਹੀਂ ਕੱਢੀਆਂ ਕਿਸੇ ਅੱਗੇ, ਨਾ ਕਿਸੇ ਕੋਲੇ ਹਿੰਮਤ ਸੀ। ਜਿਵੇਂ ਕੱਲ ਉਹ ਕਲਿੱਪ ਚਲਾ ਰਹੇ ਸੀਗੇ ਕਿਸੇ ਗੈਂਗਸਟਰਾਂ ਦਾ ਆਪਸ, ਉਹ ਮੂਸੇ ਵਾਲੇ ਨੂੰ ਗਿਆਨੀ ਕਹਿ ਰਹੇ ਸੀ। ਕਿਸੇ ਨੇ ਹਿੰਮਤ ਕੀਤੀ, ਕਿਸੇ ਨੇ ਹਿੰਮਤ ਨਹੀਂ ਸੀ ਕੀਤੀ ਤਿਉਹਾਰ ਜੇਲ੍ਹ 'ਚ ਕਿ ਮੇਰੇ ਸਾਹਮਣੇ ਅੱਖਰ ਬੋਲ ਜਾ। ਇਹ ਨਹੀਂ ਕਿ ਮੇਰੇ ਤੋਂ ਡਰਦੇ ਸੀ, ਮੇਰੀ ਰਿਸਪੈਕਟ ਕਰਦੇ ਸੀ, ਮੈਂ ਰਿਸਪੈਕਟ ਅਰਨ ਕੀਤੀ ਆ। ਸਰ ਇਸੇ ਕਲਿੱਪ ਦੇ ਵਿੱਚ ਉਹ ਇਹ ਵੀ ਗੱਲ ਬੋਲ ਰਹੇ ਨੇ ਕਿ ਜਿਹੜੇ ਮੂਸੇਵਾਲੇ ਦੇ ਕਾਤਿਲ ਸੀ, ਅਸੀਂ ਉਹਨਾਂ ਨੂੰ ਲੁਕਣ ਦੇ ਲਈ ਹਾਈਡ ਆਊਟ ਦੇ ਰਹੇ ਹਾਂ। ਸੋ ਇਹ ਵੀ ਇੱਕ ਖਤਰਾ ਦਿਖਾਉਂਦਾ ਹੈ ਕਿ ਇੱਕ ਪਾਸੇ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੂੰ ਵੰਡਿਆ ਜਾ ਰਿਹਾ, ਔਰ ਪੰਜਾਬ ਇੱਕ ਐਦਾਂ ਦੀ ਸਟੇਟ ਹੈਗੀ ਆ, ਪੰਜਾਬ ਦੇ ਲੋਕ ਇਹੋ ਜਿਹੇ ਜਿਹੜੇ ਸਿਰਫ ਫੇਸਬੁੱਕ ਤੇ ਹੀ ਵੰਡ ਨਹੀਂ ਹੁੰਦੇ, ਉਹ ਰੀਅਲ ਲਾਈਫ 'ਚ ਵੀ ਵੰਡ ਹੋ ਜਾਂਦੇ ਆ, ਝਗੜੇ ਹੋ ਜਾਂਦੇ ਆ। ਤੁਸੀਂ ਦੇਖਿਆ ਕਿੱਦਾਂ ਦੇ ਬਿਆਨਬਾਜ਼ੀਆਂ ਬਾਅਦ ਵਿੱਚ ਆਈਆਂ। ਸੋ ਇਹ ਇੱਥੇ ਦਿਖਾਉਂਦਾ ਹੈ ਕਿ ਇੱਕ ਲਿੰਕਿੰਗ ਜਿਹੜੀ ਹੋ ਰਹੀ ਆ ਉਹ ਪ੍ਰੋ ਖਾਲਿਸਤਾਨ ਐਲੀਮੈਂਟਸ ਐਂਡ ਪਲੱਸ ਪੰਜਾਬ ਦਾ ਇੱਕ ਪੰਥਿਕ ਸਫਾ ਚੋਂ MP, ਉਹਦਾ ਇੱਕ ਬਿਆਨ, ਤੇ ਦੂਸਰੇ ਪਾਸੇ ਪੰਜਾਬ 'ਚ ਵਾਪਰੀ ਹੋਈ ਇੱਕ ਬਹੁਤ ਵੱਡੀ ਘਟਨਾ, ਔਰ ਉਹਦੇ ਜਿਹੜੇ ਮਰਡਰ ਜਿਨ੍ਹਾਂ ਨੇ ਕੀਤਾ ਸੀਗਾ ਉਹ ਮੁੰਡੇ, ਉਹਨਾਂ ਨੂੰ ਕਿਵੇਂ ਵਰਤਿਆ ਜਾ ਰਿਹਾ। ਇਹਦੇ ਵਿੱਚ ਵਾਇਲੈਂਸ ਫੈਕਟਰ ਵੀ ਹੈਗਾ, ਇਹਦੇ ਵਿੱਚ ਜਿਹੜਾ ਇੱਕ ਫੇਕ ਨੈਰੇਟਿਵ ਆ ਉਹ ਵੀ ਹੈਗਾ, ਔਰ ਇਹਦੇ ਵਿੱਚ ਅਲਟੀਰੀਅਰ ਮੋਟਿਵ ਵੀ ਹੈਗਾ। ਪੰਜਾਬ ਇੱਕ ਨਵੀਂ ਸੁਬਹ ਚਾਹੁੰਦਾ, ਇੱਕ ਨਵੀਂ ਸ਼ਾਮ ਚਾਹੁੰਦਾ। ਜਿਹੜੇ ਸੁੰਨੇ ਪੈ ਚੁੱਕੇ ਵੀਰਾਨੇ ਨੇ, ਜੋ ਡਰੱਗ ਦਾ ਸਾਡੇ ਤੇ ਡੂੰਘਾ ਪਰਛਾਵਾਂ, ਇਸ ਮਰਡਰ ਨਾਲ ਵੀ ਡਰੱਗ ਇਸ਼ੂ ਵੀ ਨਾਲ ਜੁੜਿਆ ਹੋਇਆ ਕਿ ਇਹਦੇ ਕਿ ਜਿਹੜੇ ਬੰਦੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਵੀ ਸ਼ਾਇਦ ਉਹ ਡਰੱਗ ਐਡਿਕਟ ਸੀ, ਹੈਰੋਇਨ ਐਡਿਕਟ ਸੀ, ਇਸ ਕਰਕੇ ਉਹਨਾਂ ਨੇ ਪੰਜਾਬ ਛੱਡਿਆ। ਇਸ ਬਾਰੇ ਪੁਲਿਸ ਨੂੰ ਪਹਿਲੇ ਇਲਮ ਹੋ ਗਿਆ ਸੀ, ਕਈ ਦਿਨ ਪਹਿਲੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਉਹ ਪੰਜਾਬ ਛੱਡਣਗੇ ਨਹੀਂ, ਕਿਉਂਕਿ ਪੰਜਾਬ ਵਿੱਚ ਭਾਵੇਂ ਨਸ਼ਾ ਵੱਡੀ ਗਿਣਤੀ ਵਿੱਚ ਗੁਜਰਾਤ ਤੋਂ ਆਉਂਦਾ, ਪਰ ਗੁਜਰਾਤੀ ਖਾਂਦੇ ਨਹੀਂ, ਖਾਂਦਾ ਉਹ ਨਸ਼ਾ ਖਾ ਰਿਹਾ ਪੰਜਾਬ ਨੂੰ, ਪੰਜਾਬ ਦੀ ਨੌਜਵਾਨੀ। ਉਹ ਇਸ ਕਰਕੇ ਰਾਹ ਲੱਭਦੀ ਫਿਰਦੀ ਆ। ਇੱਦਾਂ ਫੋਕੇ ਚੰਦ ਦਮੜਿਆਂ ਲਈ ਉਹ ਕੁਛ ਵੀ ਕਰਦੇ ਫਿਰਦੇ ਨੇ। ਮੇਰਾ ਖਿਆਲ ਜੋ ਪੰਜਾਬ ਚਾਹੁੰਦਾ, ਅਸੀਂ ਰੋਜ਼ ਇੱਕ ਨਵੀਂ ਸਭੇ ਬਦਲ ਚਾਹੁੰਦੇ ਹਾਂ। ਜਿਹੜਾ ਬਦਲਾਅ ਅਸੀਂ ਫਰਵਰੀ 'ਚ ਉਹਦਾ ਰਾਹ ਤੋਰਿਆ ਸੀ, ਉਸ ਨੂੰ ਅੱਗੇ ਹੁਣ ਸੰਗਰੂਰ ਤੋਂ ਤੋਰਿਆ, ਉਹ ਰਾਹ ਪਛਾਣ ਲਓ। ਮੇਰੀ ਇਹੀ ਰਿਕੁਐਸਟ ਆ ਕਿ ਆਈ ਥਿੰਕ ਵੀ ਸ਼ੁੱਡ ਅੰਡਰਸਟੈਂਡ ਆਰ ਰਿਸਪੋਂਸਿਬਿਲਿਟੀਜ਼। ਜਿਹੜੇ ਸੇਫ ਹੈਵਨ 'ਚ ਬੈਠੇ ਨੇ, ਮੈਂ ਉੱਥੇ ਹੀ ਰਿਹਾ 15 ਸਾਲ, ਮੈਨੂੰ ਉਹਨਾਂ ਦੇ ਪਤਾ, ਉਹਨਾਂ ਦੀਆਂ ਮਨਸ਼ਾਂ ਸਿਰਫ ਗੁਰਦੁਆਰੇ ਦੀਆਂ ਬੂਹਾਂ ਤੱਕ ਜਾਂਦੀਆਂ ਨੇ। ਉਹਨਾਂ ਨੇ ਸਿਰਫ ਜਿਹੜੇ ਹੁੰਦੇ ਆ ਫੋਕੇ ਵਰਸੇ ਚਲਾਉਣੇ ਨੇ। ਨਾ ਪੰਜਾਬ 'ਤੇ ਫੋਕੇ ਚਲਾਓ, ਇਹਦੇ ਨਾਲ ਕੁਛ ਨਹੀਂ ਹੋਣਾ। ਕਰਨਾ ਹੈਗਾ ਤਾਂ ਸੋਚ ਅਪਣਾਓ। ਜੇ ਦਰਦ ਹੈਗਾ ਪੰਜਾਬ ਦਾ, ਜੇ ਸਿੱਖ ਰਾਜ ਦਾ ਦਰਦ ਆ, ਤਾਂ ਆ ਕੇ ਇੱਦਾਂ ਦੇ ਜਿਹੜੇ ਬਦਲ ਕੇ ਪ੍ਰਗਟਾਵੇ ਤੁਸੀਂ ਕਰ ਰਹੇ ਆ, these are not good for the ਸਿੱਖ ਨੇਸ਼ਨ। ਨਾ ਅਸੀਂ ਇਹ ਕਿਸੇ ਨੂੰ, ਜਿਹੜੇ ਸ਼ਹੀਦ ਹੁੰਦੇ ਆ ਨਾ ਮਨਵੀਰ, ਉਹਨਾਂ ਬਾਰੇ ਬੜੇ ਕਵੀ ਨੇ ਬੜਾ ਕਲੀਅਰਲੀ ਲਿਖਿਆ ਕਿ ਮੌਤ ਜਿਸकी हयात है फानी, मौत जिसकी हयात है फानी, उस शहीद सितम का मातम क्या है। ਉਹ ਪਿੱਛੇ ਇੱਦਾਂ ਦੀਆਂ ਲੀਰਾਂ ਛੱਡ ਜਾਂਦੇ ਜਿਨ੍ਹਾਂ ਦੇ ਕਦੀ ਮਾਤਮ ਨਹੀਂ ਹੁੰਦੇ, ਉਹਨਾਂ ਦੇ ਸ਼ਹੀਦੀਆਂ 'ਤੇ ਵੀ ਮੇਲੇ ਲੱਗਦੇ ਆ। ਭਗਤ ਸਿੰਘ ਦੀ ਸ਼ਹੀਦੀ 'ਤੇ ਹੁਸੈਨੀ ਵਾਲੇ ਮੇਲੇ ਲੱਗਦੇ ਨੇ। ਤੁਸੀਂ ਇਹ ਗੱਲ ਭੁੱਲੋ ਨਾ। ਸੰਤਾਂ ਦੀ ਸ਼ਹਾਦਤ ਮਨਾਈ ਜਾਂਦੀ ਹੈ, ਭਾਵੇਂ 20 ਸਾਲ ਦਮਦਮੀ ਟਕਸਾਲ ਨੇ ਉਹਨਾਂ ਦੀ ਸ਼ਹਾਦਤ ਰੋਲੀ, ਉਹਨਾਂ ਦੇ ਪਰਿਵਾਰ ਨੇ ਰੋਲੀ, ਪਰ ਫਿਰ ਵੀ ਜਿਹੜੇ ਜਿਨ੍ਹਾਂ ਦੇ ਮਨਾਂ 'ਚ ਸੰਤ ਜਰਨੈਲ ਸਿੰਘ ਭਿੰਡਾਂ ਵਾਲਾ ਰਾਜ ਕਰਦੇ ਆ, ਮੇਰੀ ਤਾਂ ਉਹਨਾਂ ਸਾਹਮਣੇ ਕੋਈ ਹਸਤੀ ਨਹੀਂ, ਪਰ ਜਿਨ੍ਹਾਂ ਦੇ ਦਿਲਾਂ 'ਚੋਂ ਰਾਜ ਕਰਦੇ, ਉਹ ਰਾਜ ਕਰਦੇ ਰਹਿਣਗੇ। ਮੈਂ ਤਾਂ ਕਦੀ ਉਹਨਾਂ ਨਾਲ ਮੁਲਾਕਾਤ ਕਰ ਨਹੀਂ ਸਕਿਆ, ਪਰ ਨਾ ਮੈਂ ਕਦੀ ਇਸ ਕਰਕੇ ਸਿੱਖ ਸੰਘਰਸ਼ 'ਚ ਆਇਆ ਸੀਗਾ। ਮੈਂ ਇੱਕ ਆਪਣਾ ਜੋ ਉਸ ਸਮੇਂ ਦੀ ਪੀੜ ਸੀਗੀ, ਉਹ ਕਹਿੰਦਾ ਨਾ ਵੀ ਅਜਾਲੇ ਮਾਂਗਨੇ ਆਏ ਥੇ ਰੌਸ਼ਨੀ ਕੀ ਭੀਖ। ਸਾਡਾ ਸਾਹਮਣੇ ਆਹ ਮੰਜ਼ਰ ਸੀ, ਆਪਣਾ ਘਰ ਨਾ ਜਲਾਤੇ ਤੋਂ ਕਿਆ ਕਰਦੇ। ਇਹ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਪੜ੍ਹਨਾ ਚਾਹੀਦਾ। ਐਸਾ ਨਹੀਂ ਥਾ ਤਦ ਆਪਣੇ ਕੰਮ ਹੋ ਗਏ, ਹਮ ਚਾਦਰ ਕੋ ਦੇਖ ਕੇ ਖੁਦ ਹੀ ਸਿਮਟ ਗਏ। ਤੁਸੀਂ ਵੀ ਚਾਦਰ ਦੀ ਜਾਂ ਤਾਂ ਲੈਂਥ ਵਧਾ ਲਓ ਤਾਂ ਕਿ ਆਪਣਾ ਜਿਹੜਾ ਪਿੰਡਾ ਸੁਰੱਖਿਅਤ ਰਹਿ ਸਕੇ। ਸਾਡੇ ਪੰਜਾਬ ਦੇ ਨੌਜਵਾਨ ਅੱਜ ਦਿਸ਼ਾ ਭਾਲਦੇ ਆ, ਮੰਡੀਆਂ ਨਹੀਂ ਭਾਲਦੇ। ਕੁਕੀ ਗਿੱਲ ਜੀ, ਅਗਰ ਤੁਸੀਂ ਉਹ 80ਵੇਂ 90ਵੇਂ ਦੇ ਦਹਾਕੇ 'ਚ ਵਾਪਿਸ ਜਾ ਕੇ ਥੋੜ੍ਹਾ ਜਿਹਾ ਸਾਨੂੰ ਗੱਲ ਦੱਸੋ ਕਿ ਜਦੋਂ ਭਗਤ ਸਿੰਘ ਜੀ ਔਰ ਜਿਹੜੇ ਸਿੱਖ, ਭਗਤ ਸਿੰਘ ਵਰਸਸ ਸਿੱਖ, ਜਿਹਦਾ ਪਿਛਲਾ ਏਜੰਡਾ ਕਾਮਰੇਡ ਵਰਸਸ ਸਿੱਖ ਸੀਗਾ, ਜਦੋਂ ਇਹ ਕੀਤਾ ਗਿਆ ਸੀ, ਉਹਦਾ ਨੁਕਸਾਨ ਪੰਜਾਬ ਨੂੰ ਕਿੰਨਾ ਭੁਗਤਣਾ ਪਿਆ ਸੀ, ਔਰ ਇਹਨੂੰ ਅੱਜ ਦੇ ਕੰਟੈਕਸਟ ਦੇ ਵਿੱਚ ਵੀ ਜ਼ਰੂਰ ਦੇਖਿਓ ਤੁਸੀਂ। ਜਦੋਂ ਨਾ ਜਿਹੜੀ ਸ਼ਹੀਦ ਭਗਤ ਸਿੰਘ ਦੀ ਥਾਟ ਸੀ
ਉਹ ਕਾਫੀ ਗੁੰਮਨਾਮੀ ਚ ਰਹੀ ਆ ਲੰਮਾ ਚਿਰ। ਉੱਠਦੀ ਤਾਂ ਰਹੀ ਆ, ਲੈਫਟ ਆਈਡੀਓਲੋਜੀ ਨੇ ਉਹਨੂੰ ਵਰਤਣਾ ਚਾਹਿਆ, ਪਰ ਉਹਨਾਂ ਨੂੰ ਉਸ ਚੀਜ਼ ਦੇ ਕਿਤੇ ਪੈਰ ਨਹੀਂ ਲੱਗੇ। ਜਦੋਂ ਸਟੇਟ ਨੇ ਇਹ ਨੈਰੇਟਿਵ 1980 ਵਿੱਚ ਉਠਾਇਆ, ਕਿਉਂਕਿ ਉਦੋਂ ਸਟੇਟ ਡਾਇਰੈਕਟਲੀ ਇਨ ਕਨਫਲਿਕਟ ਸੀਗਾ ਵਿਦ ਦਾ ਸਿੱਖ ਆਈਡੀਓਲੋਜੀ, ਪੰਜਾਬ ਦੇ ਹੱਕੀ ਮੰਗਾਂ ਦੇ ਖਿਲਾਫ ਸਟੇਟ ਇੱਕ ਧਿਰ ਬਣ ਕੇ ਆ ਕੇ ਖੜ ਗਿਆ। ਇੱਥੇ ਵੀ ਜਿਹੜੀ ਉਹਨਾਂ ਦੀ ਪਾਰਟੀ ਸੀ, ਰੂਲਿੰਗ ਪਾਰਟੀ ਕਾਂਗਰਸ ਦੀ, ਉਹ ਵੀ ਪੰਜਾਬ ਦੇ ਹੱਕਾਂ ਦੇ ਉਲਟ ਖੜੇ। ਉਹਨਾਂ ਨੇ ਪੰਜਾਬ ਦੇ ਹੱਕ ਪਛਾਣੇ ਨਹੀਂ। ਉਹਨਾਂ ਨੇ ਅੱਜ ਤੱਕ ਵੀ ਜਿਹੜੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਆ, ਉਹਨਾਂ ਨੇ 1984 ਦੀ ਪੀੜ ਨੂੰ ਸਮਝਿਆ ਨਹੀਂ। ਤਾਂ ਹੀ ਇਹਨਾਂ ਨੇ ਕਦੀ ਆ ਕੇ ਉੱਥੇ ਤਹਿ ਦਿਲੋਂ ਮਾਫੀ ਨਹੀਂ ਮੰਗੀ ਕਿ ਸਾਡੇ ਕੋਲੋਂ ਰੌਂਗਫੁਲ ਉਦੋਂ ਸਾਡੀ ਗਵਰਨਮੈਂਟ ਵੱਲੋਂ ਹੋਇਆ 1984 ਦੀ ਈਵੈਂਟਸ ਬਾਰੇ। ਆਈ ਥਿੰਕ ਇਹਨਾਂ ਨੂੰ ਬੜਾ ਸਟਰੋਂਗ ਰਿਮੋਰਸ, ਜਦੋਂ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦਾ, ਉਹਦਾ ਇੱਕ ਹੱਥ ਆਪਣੀ ਜੇਬ ਵਿੱਚ ਪਾਇਆ ਹੁੰਦਾ ਪਜਾਮੇ ਦੀ, ਤੇ ਝਾਕਦਾ ਹੁੰਦਾ ਕਿਸੇ ਹੋਰ ਪਾਸੇ ਨੂੰ। ਮੇਰਾ ਖਿਆਲ ਇਸ ਪਰਿਵਾਰ ਦਾ, ਮੈਂ ਨਹੀਂ ਕਹਿੰਦਾ ਕਿ ਰਾਹੁਲ ਗਾਂਧੀ ਇਜ਼ ਰਿਸਪੌਂਸੀਬਲ, ਪਰ ਇਹਦੀ ਪਾਰਟੀ ਜਦੋਂ ਰੂਲਿੰਗ ਪਾਰਟੀ ਸੀ 1984 ਚ, ਉਹਨਾਂ ਨੇ ਸਿੱਖ ਕੌਮ ਤੇ ਬੜਾ ਵਾਰ ਕ੍ਰਾਈਮਸ ਕੀਤੇ ਨੇ। ਉਹਦਾ ਰਿਮੋਰਸ ਕਰਨਾ ਬਣਦਾ ਹੀ ਹੈ। ਜਿੰਨੀ ਛੇਤੀ ਇਹ ਕਰਨਗੇ, ਆਪਣਾ ਪ੍ਰਗਟਾਵਾ ਕਰੋ ਕਿ ਤੁਸੀਂ ਪੰਜਾਬ ਦੇ ਹੱਕਾਂ ਲਈ ਖੜੇ ਹੋ। ਇਹਨਾਂ ਨੇ ਭਗਤ ਸਿੰਘ ਦਾ ਨੈਰੇਟਿਵ ਵਰਤਿਆ ਅਗੇਂਸਟ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਦੀ ਸੋਚ ਦੇ, ਇਨਫੈਕਟ ਸਿੱਖ ਨੇਸ਼ਨ ਦੇ ਖਿਲਾਫ। ਉਹਦੇ ਕਰਕੇ ਬਹੁਤ ਇਨੋਸੈਂਟ ਕਿਲਿੰਗਸ ਹੋਈਆਂ ਨੇ, ਦੋ ਧਿਰਾਂ 'ਚ ਲੜਾਈਆਂ ਹੋਈਆਂ ਨੇ। ਇਹਨਾਂ ਨੇ ਸਿੱਖ ਕੌਮ ਦਾ ਨੈਰੇਟਿਵ ਨੂੰ ਡੱਕਣਾ ਚਾਹਿਆ ਸਟੇਟ ਦੀ ਬਲਬੂਤੇ ਨਾਲ, ਜਿਹਦੇ ਕਰਕੇ ਸਾਡੇ ਇੰਟਰਨਲ ਪੰਜਾਬ 'ਚ ਕਲੈਸ਼ਿਸ ਹੋਏ ਨੇ। ਪਾਸ਼ ਵਰਗੇ ਨਾਮੀ ਕਵੀ ਮਾਰੇ ਗਏ ਆ, ਜਿਹਦਾ ਮੈਨੂੰ ਦੁੱਖ ਆ ਕਿ ਪਰ ਉਹ ਸਰਕਮਸਟਾਂਸਿਸ ਨੂੰ ਪਾਸ਼ ਉਹਨਾਂ ਨੇ ਸਮਝਿਆ ਨਹੀਂ ਕਿ ਸਟੇਟ ਜਿਹੜਾ ਨੈਰੇਟਿਵ ਬੁਣਨਾ ਚਾਹੁੰਦੀ ਆ, ਉਹ ਜਿਹੜੀ ਸਟੇਟ ਵਿੱਚ ਉਸ ਟਾਈਮ ਤੇ ਚੀਜ਼ ਸੀਗੀ, ਉਹਨੂੰ ਇਹ ਡਿਵਰਟ ਕਰਨ ਲਈ ਇਹਨਾਂ ਨੇ ਇੰਟਰਨਲ ਵਾਰਫੇਅਰ ਚਲਵਾਈ। ਉਹਨਾਂ ਨੇ ਬੇਲੋੜੇ ਵਿਵਾਦ ਖੜੇ ਕੀਤੇ ਭਗਤ ਸਿੰਘ ਦੇ, ਜਿਹੜੇ ਆਪਣੇ ਆਪ ਨੂੰ ਬਾਨੀ ਸਮਝਦੇ ਸੀ। ਉਸ ਕਰਕੇ ਕਨਫਲਿਕਟ ਹੋਇਆ। ਆਪਾਂ ਨੂੰ ਹੁਣ ਕਨਫਲਿਕਟ ਦੀ ਲੋੜ ਨਹੀਂ ਗੀ। ਵੀ ਡਿਜ਼ਰਵ, ਪੰਜਾਬ ਡਿਜ਼ਰਵ ਅ ਬੈਟਰ ਚਾਂਸ। ਆਪਣਾ ਚੰਡੀਗੜ੍ਹ ਆਪਣੇ ਹੱਥੋਂ ਜਾ ਰਿਹਾ, ਆਪਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੇ ਹੱਥੋਂ ਜਾ ਰਹੀ ਆ। ਆਪਣੇ ਤੋਂ ਭਾਖੜੇ ਦਾ ਕੰਟਰੋਲ ਚਲਾ ਗਿਆ। ਆਪਣੇ ਕੋਲ ਡੈਮਸ ਦਾ, ਹਾਈਡਰੋ ਪਾਵਰ ਪ੍ਰੋਜੈਕਟਸ ਦਾ ਆਪਣੇ ਕੋਲੋਂ ਸਾਰਾ ਕੰਟਰੋਲ ਜਾ ਚੁੱਕਿਆ। ਆਪਣੇ ਜਿਹੜੇ ਨਹਿਰਾਂ, ਜਿਹੜੀਆਂ ਆਪਣੇ ਦਰਿਆ ਨੇ, ਉਹਨਾਂ ਤੇ ਆਪਣੇ ਹੱਕ ਆਪਾਂ ਗਵਾ ਬੈਠੇ ਆ। ਉੱਥੇ ਅਸੀਂ ਇੱਦਾਂ ਦੇ MP ਭੇਜਤੇ ਰਾਘਵ ਚੱਡੇ ਵਰਗੇ, ਜਿਹੜੇ ਤਖਤੀ ਚੱਕ ਕੇ ਇਹ ਦਾਅਵਾ ਕਰ ਲਿਆ ਕਿ ਹਰਿਆਣੇ ਤੇ ਦਿੱਲੀ ਨੂੰ ਬਰਾਬਰ ਦਾ ਪਾਣੀ ਮਿਲੂਗਾ, ਅਸੀਂ ਲਿਆ ਕੇ ਦੇਵਾਂਗੇ। ਜੀ, ਪੰਜਾਬ ਦੀ ਇਕੋਨੋਮੀ ਇਹਨਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਸਮੇਂ ਤੇ ਇਕੋਨੋਮੀ ਕਰਕੇ ਹੀ ਬਹੁਤ ਚੀਜ਼ਾਂ ਜਿਹੜੀਆਂ ਫਰਦਰ ਫੈਸਿਲੀਟੇਟ ਹੋ ਜਾਂਦੀਆਂ, ਕੈਟਾਲਿਸਟ ਦਾ ਕੰਮ ਕਰਦਾ। ਇਕੋਨੋਮੀ ਅਗਰ ਮਾੜੀ ਹੋਵੇ, ਕੁਕੀ ਗਿੱਲ ਜੀ, ਦਾ ਪ੍ਰੋਬਲਮ ਅਲਟੀਮੇਟਲੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਅਕਾਲੀ ਦਲ ਨੇ, ਉਹਨਾਂ ਨੂੰ ਆਪਾਂ ਪੰਥਕਤਾ ਦੇ ਨਾਲ ਜੋੜ ਕੇ ਹੀ ਦੇਖ ਸਕਦੇ ਹਾਂ। ਔਰ ਕੋਈ ਵੀ ਅਕਾਲੀ ਦਲ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਟੌਂਗ ਕਰਦੀ ਹੈ, ਕਿਸੇ ਵੀ ਤਰ੍ਹਾਂ ਦਾ ਗਿਮਿਕ ਖੇਡਦੀ ਹੈ, ਕਿ ਉਹ ਅਕਾਲੀ ਦਲ, ਜਿਵੇਂ ਹੁਣ ਆਪਾਂ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਦੀ ਗੱਲ ਕਰ ਲਈਏ, ਜਿਹੜਾ ਉਹ ਭਗਤ ਸਿੰਘ ਜੀ ਦੀ ਉਹਨਾਂ ਨੇ ਇੱਕ ਬੇਲੋੜੀ ਬਹਿਸ ਸ਼ੁਰੂ ਕੀਤੀ, ਕੀ ਉਹਨਾਂ ਨੂੰ ਪੰਥਕ ਸਫਾਂ ਦੇ ਵਿੱਚ ਕੋਈ ਫਾਇਦਾ ਮਿਲੇਗਾ ਇਸ ਚੀਜ਼ ਦਾ? ਮੇਰਾ ਖਿਆਲ ਤਾਂ ਸਪਲਿਟ ਇਜ਼ ਵਾਈਡ ਓਪਨ। ਜਿਸ ਤਰ੍ਹਾਂ ਦਾ ਨੈਰੇਟਿਵ ਇਹ ਬੁਣਨਾ ਚਾਹਣਗੇ, ਇਹਨੂੰ ਸਿੱਖ ਕੌਮ ਨੇ ਪ੍ਰਵਾਨ ਨਹੀਂ ਕਰਨਾ। ਜਿੰਨੀ ਸਿੱਖ ਕੌਮ ਨੂੰ ਮੈਂ ਜਾਣ, ਜਿੰਨੇ ਕੁ ਨੌਜਵਾਨ ਮੈਨੂੰ ਮਿਲਦੇ ਨੇ, ਮੈਨੂੰ ਅਨੇਕਾਂ, ਮੈਨੂੰ ਰੋਜ਼ ਕਈ ਸੌ ਫਰੈਂਡ ਰਿਕੁਐਸਟ ਆਉਂਦੀਆਂ ਨੇ। ਦੈਟ ਮੀਨਸ ਕਿ ਸਮਬਡੀ ਇਜ਼ ਲਿਸਨਿੰਗ। ਇੱਥੇ ਜਿਹੜੀ ਆ ਨਾ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਪੋਲੀਟੀਕਲ ਸਿਚੁਏਸ਼ਨ ਆ ਮਨਵੀਰ, ਇੱਥੇ ਜਿਹੜੇ ਲੀਡਰਸ ਨੇ ਨਾ, ਚਾਹੇ ਉਹ ਸਿਮਰਨਜੀਤ ਮਾਨ ਆ, ਚਾਹੇ ਸੁਖਬੀਰ ਸਿੰਘ ਬਾਦਲ ਆ, ਚਾਹੇ ਰਾਜਾ ਵੜਿੰਗ ਆ, ਤੇ ਚਾਹੇ ਜਿਹੜੇ ਹੁਣ भगवंत मान चीफ मिनिस्टर पंजाब ने, ये सब तो मशरूफ हैं अंधेरों की खरीदारी में। हम यहाँ शमों की दुकान सजाए बैठे हैं। असी की उम्मीदां लैके बैठे हैं, ये किहड़े अंधेरे साडे लई बुन रहे आ। साडे सामने 30 जुलाई नूं अमित शाह दिल्ली आ रहा, इंडिया के होम मिनिस्टर आ जिहड़े, वो 30 जुलाई नूं किते चंडीगढ़ जाके साडा चंडीगढ़ सदा लई खोण तां नहीं आ रहे। ਇਹਦੇ ਬਾਰੇ ਗਵਰਨਮੈਂਟ ਨੂੰ ਤਵੱਜੋ ਦੇਣੀ ਚਾਹੀਦੀ ਹੈ। ਕੋਈ ਨੈਰੇਟਿਵ ਬਿਲਡ ਕਰੋ। ਜੇ ਤੁਸੀਂ ਮੱਤੇਵਾੜੇ ਦਾ ਪ੍ਰੋਜੈਕਟ ਕੈਂਸਲ ਕੀਤਾ, ਕੀ ਉਹਦੀ ਚਿੱਠੀ ਲਿਖੀ ਤੁਸੀਂ ਯੂਨੀਅਨ ਗਵਰਨਮੈਂਟ ਨੂੰ? ਅਕੋਰਡਿੰਗ ਟੂ ਪ੍ਰੈਸ ਰਿਪੋਰਟ, ਇਹਨਾਂ ਨੇ ਅੱਜ ਤੱਕ ਯੂਨੀਅਨ ਗਵਰਨਮੈਂਟ ਨੂੰ ਦੱਸਿਆ ਨਹੀਂ ਕਿ ਅਸੀਂ ਇਹ ਪ੍ਰੋਜੈਕਟ ਕੈਂਸਲ ਕਰ ਰਹੇ ਹਾਂ। ਇਹ ਸ਼ੋਅ ਕਰਦਾ ਕਿ ਦਿਸ ਗਵਰਨਮੈਂਟ ਇਜ਼ ਨਾਟ ਰਨ ਫਰਮ ਪੰਜਾਬ। ਪੰਜਾਬ ਦੇ ਨਗਾਰਿਆਂ ਦਾ, ਆਨੰਦਪੁਰ ਸਾਹਿਬ ਦੇ ਜਿਹੜੇ ਰਣਜੀਤ ਨਗਾਰੇ ਨੇ ਨਾ, ਇਹ ਦਿੱਲੀ ਦਰਬਾਰ ਕੇ ਨਾ ਕਦੀ ਝੁਕੇ ਆ, ਨਾ ਝੁਕਣਗੇ। ਅਕਾਲ ਤਖਤ ਸਾਹਿਬ ਦੇ ਜਿਹੜੇ ਨਰਸਿੰਘਿਆਂ ਨੇ ਸਦਾ ਬੁਲੰਦੀਆਂ ਰੱਖੀਆਂ, ਬੁਲੰਦੀਆਂ ਰੱਖਣਗੇ।
ਜਿਹੜੀ ਸਿੱਖ ਲੀਡਰਸ਼ਿਪ ਆ ਉਹ ਅੱਜ ਵੀ ਪਿੱਛੇ ਝਾਤ ਮਾਰੋ, ਦੁਨੀਆ ਨੂੰ ਦੱਸੋ ਕਿ ਅਸੀਂ ਲਾਸਟ ਰੂਲਰ ਸੀਗੇ ਪੰਜਾਬ ਦੇ, ਸਾਨੂੰ ਸਾਡਾ ਜਿਹੜਾ ਰੂਲ ਆ, ਸਾਡਾ ਰਾਜ ਮੋੜ ਦਿਓ, ਉਹਦੇ ਬਾਰੇ ਆਪਾਂ ਕੇਂਦਰਿਤ ਹੋਈਏ, ਵਿਚਾਰ ਚਰਚਾ ਤੋਰੋ, ਤਾਂ ਕਿ ਜਿਹੜੇ ਦੂਜੇ ਪੰਜਾਬੀ ਆ, ਗੈਰ ਸਿੱਖ ਨੇ, ਉਹ ਵੀ ਸਾਡਾ ਨੈਰੇਟਿਵ ਸਮਝਣ, ਸਾਡੇ ਨਾਲ ਜਿਵੇਂ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਡੇ ਨਾਲ ਰਲ ਕੇ ਰਹੇ ਸੀ। ਉਦੋਂ ਸਿੱਖ ਘੱਟ ਗਿਣਤੀ ਵਿੱਚ ਸੀ, ਸਿੱਖ ਤਾਂ ਸਿਰਫ 7 ਲੱਖ ਸੀ, 84 ਲੱਖ ਤਾਂ ਮੁਸਲਮਾਨ ਸੀ, 27 ਲੱਖ ਤਾਂ ਹਿੰਦੂ ਸੀ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਵੀ ਸਿੱਖ ਇੱਕ ਮਿਨੋਰਟੀ ਸੀ, ਪਰ ਸਟਿਲ ਦੇ ਵਰ ਦਾ ਰੂਲਿੰਗ ਪਾਰਟੀ ਐਂਡ ਰੂਲਰ ਵੀ ਸਿੱਖ ਸੀਗਾ। ਇਸ ਕਰਕੇ ਆਪਾਂ ਨੂੰ ਇੱਥੇ ਆਪਾਂ ਇੱਦਾਂ ਦੇ ਨਕਸ਼ੇ ਕਦਮ ਨਾ ਪਾਈਏ ਜਿਹਦੇ ਨਾਲ ਪੰਜਾਬ ਤੋਂ ਟੁੱਟ ਜਾਵੇ। ਥੈਂਕ ਯੂ ਸੋ ਮਚ ਕੁਕੀ ਗਿੱਲ ਜੀ। ਮੈਨੂੰ ਲੱਗਦਾ ਅੱਜ ਆਪਣਾ ਅੱਧੇ ਘੰਟੇ ਦੀ ਗੱਲਬਾਤ ਸਫੀਸ਼ੀਐਂਟ ਹੁੰਦੀ ਹੈ, ਆਪਣੀ ਆਡੀਅנס ਨੇ ਵੀ ਕੰਮਾਂ ਤੇ ਜਾਣਾ ਹੁੰਦਾ ਹੈ, ਸੋ ਆਪਾਂ ਇਹ ਚਰਚਾ ਨੂੰ ਅੱਗੇ ਵਧਾਵਾਂਗੇ। ਬਹੁਤ ਬਹੁਤ ਧੰਨਵਾਦ। ਮੈਂ ਖਾਸ ਮੈਸੇਜ ਇੱਥੇ ਆਡੀਅנס ਨੂੰ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਸਾਡਾ ਮਤਲਬ ਜਿਹੜਾ ਇਹ ਗੱਲਬਾਤ ਨੂੰ, ਇਹ ਚਰਚਾ ਨੂੰ ਅੱਗੇ ਕਰਨ ਦਾ ਇਹੀ ਹੈ ਕਿ ਕਿਤੇ ਵੀ ਸਾਡੇ ਪੰਜਾਬੀਆਂ ਨੂੰ ਵੰਡਿਆ ਨਾ ਜਾ ਸਕੇ। ਕੋਈ ਆਪਣੇ ਅਲਟੀਰੀਅਰ ਮੋਟਿਵ ਪੂਰੇ ਕਰਨ ਦੇ ਲਈ ਸਾਡੇ ਪੰਜਾਬੀਆਂ ਨੂੰ, ਸਾਡੇ ਯੂਥ ਨੂੰ ਮਿਸਗਾਈਡ ਨਾ ਕਰੇ, ਵੰਡ ਨਾ ਦੇਵੇ ਔਰ ਉਹਦੇ ਚੋਂ ਫਾਇਦਾ ਨਾ ਘਟ ਜਾਏ।